ਸੈਕਿੰਡ ਫੁੱਲ ਟਾਈਮ ਪਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਆਪ ਜੀ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਹਰ ਰੋਜ਼ ਇਸ ਵਿਸ਼ੇਸ਼ ਉਪਰਾਲੇ ਸਦਕਾ ਜੋ ਗੁਰਮਤ ਕਲਾਸਾਂ ਲੱਗ ਰਹੀਆਂ ਹਨ, ਉਹਨਾਂ ਕਲਾਸਾਂ ਦੇ ਵਿੱਚ ਆਪ ਜੀ ਵਿਸ਼ੇਸ਼ ਤੌਰ ਦੇ ਉੱਤੇ ਹਾਜ਼ਰੀ ਭਰਦੇ ਹੋ। ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸੋ ਸਾਧ ਸੰਗਤ ਜੀ, ਆਪ ਜੀ ਜੁੜ ਚੁੱਕੇ ਹੋ ਇਸ 11:30 ਵਜੇ ਵਾਲੀ ਕਲਾਸ ਦੇ ਵਿੱਚ, ਜਿਸ ਵਿੱਚ ਆਪਾਂ ਸਤਿਗੁਰਾਂ ਦੀ ਦਇਆ ਸਦਕਾ ਭਾਈ ਗੁਰਦਾਸ ਜੀ ਦੀ ਜੋ 11ਵੀਂ ਵਾਰ ਹੈ, ਜਿਸ ਦਾ ਟੀਕਾ ਭਾਈ ਮਨੀ ਸਿੰਘ ਜੀ ਨੇ ਕੀਤਾ ਹੈ, ਜਿਸ ਨੂੰ ਸਿੱਖਾਂ ਦੀ ਭਗਤ ਮਾਲਾ ਕਿਹਾ ਜਾਂਦਾ ਹੈ, ਉਹਦੇ ਬਾਰੇ ਆਪਾਂ ਵਿਚਾਰ ਚਰਚਾ ਜਿਹੜੀ ਆ ਕਰ ਰਹੇ ਹਾਂ। ਸਤਿਗੁਰੂ ਦੇ ਸਿੱਖਾਂ ਦਾ ਜਿਹੜਾ ਜੀਵਨ ਹੈ ਉਹ ਵਿਚਾਰ ਰਹੇ ਹਾਂ ਕਿ ਕਿਵੇਂ ਉਹ ਸਤਿਗੁਰਾਂ ਦੇ ਪਾਸ ਆਉਂਦੇ ਆ ਤੇ ਸਵਾਲ ਕਰਦੇ ਆ, ਬੇਨਤੀ ਕਰਦੇ ਆ ਪਾਤਸ਼ਾਹ ਨੂੰ, ਤੇ ਸਤਿਗੁਰੂ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਆ ਤੇ ਉਹਨਾਂ ਨੂੰ, ਉਹਨਾਂ ਦੇ ਜੀਵਨ ਨੂੰ ਜਿਹੜਾ ਹੈ ਉਹ ਚੜ੍ਹਦੀ ਕਲਾ ਵੱਲ ਲੈ ਕੇ ਜਾਂਦੇ ਆ। ਉਹਨਾਂ ਦਾ ਪਰਲੋਕ ਵੀ ਸਵਾਰਦੇ ਆ ਤੇ ਲੋਕ ਵੀ। ਤੇ ਇਹ ਸਾਖੀਆਂ ਸਿਰਫ ਤੇ ਸਿਰਫ ਪੜ੍ਹਨ ਵਾਸਤੇ ਨਹੀਂ, ਇਹ ਸਾਨੂੰ ਵੀ ਆਪਣੇ ਜੀਵਨ 'ਚ ਢਕਾਉਣੀਆਂ ਚਾਹੀਦੀਆਂ ਕਿਉਂਕਿ ਹਰ ਕਿਸੇ ਦਾ ਇਹੀ ਸਵਾਲ ਹੁੰਦਾ ਹੈ ਕਿ ਮਨ ਕਿਵੇਂ ਟਿਕੇ, ਨਾਮ ਕਿਵੇਂ ਜਪਿਆ ਜਾਵੇ। ਤੇ ਉਹਨਾਂ ਸਿੱਖਾਂ ਵਾਸਤੇ ਹਨ ਜਿਨ੍ਹਾਂ ਨੇ ਆਪਣੇ ਜੀਵਨ 'ਚ ਕੁਝ ਕਰਨਾ ਹੈ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਕੁਝ ਉਚੇਚੇ ਤੌਰ ਦੇ ਉੱਤੇ ਆਪਣੇ ਜੀਵਨ ਨੂੰ ਕਮਾਉਣਾ ਹੈ। ਉਹਨਾਂ ਵਾਸਤੇ ਇਹ ਵਿਸ਼ੇਸ਼ ਜਿਹੜਾ ਹੈ ਇਹ ਆਪਾਂ ਕਲਾਸਾਂ ਦੀ ਆਰੰਭਤਾ ਕੀਤੀ ਹੈ, ਤਾਂ ਕਿ ਸਾਨੂੰ ਉਹਨਾਂ ਸਿੱਖਾਂ ਦੇ ਬਾਰੇ ਪਤਾ ਲੱਗ ਸਕੇ ਤੇ ਉਹਨਾਂ ਤੋਂ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਕੁਝ ਸੁਧਾਰ ਲੈ ਕੇ ਆਈਏ, ਤਾਂ ਕਿ ਜੀਵਨ ਦੀ ਜਿਹੜੀ ਉੱਚ ਸਿੱਖਿਆ ਹੈ, ਉੱਚ ਗੁਣ ਹਨ, ਉਹ ਸਾਨੂੰ ਪ੍ਰਾਪਤ ਹੋ ਸਕਣ। ਸੋ ਸਾਧ ਸੰਗਤ ਜੀ, ਆਪਾਂ ਸਤਿਗੁਰਾਂ ਦੀ ਦਇਆ ਸਦਕਾ ਚੌਥੇ ਪਾਤਸ਼ਾਹ ਦੇ ਜਿਹੜੇ ਸਿੱਖ ਸਨ, ਸੱਭਰਵਾਲ ਦੇ ਸਿੱਖ, ਉਹਨਾਂ ਦੇ ਬਾਰੇ ਆਪਾਂ ਜਿਹੜੀ ਗੱਲਬਾਤ ਕਰ ਚੁੱਕੇ ਹਾਂ। ਤੇ ਅੱਜ ਆਪਾਂ ਜਿਹੜੀ ਗੱਲ ਹੈ ਉਹ ਉਹਨਾਂ ਗੁਰਸਿੱਖਾਂ ਦੀ ਕਰਨੀ ਹੈ ਜਿਹੜੇ ਪੰਜਵੇਂ ਪਾਤਸ਼ਾਹ ਦੇ ਸਿੱਖ ਹਨ। ਤੇ ਅੱਜ ਜਿਹੜੀ ਪੌੜੀ ਹੈ ਉਹ 18ਵੀਂ ਪੌੜੀ ਆਰੰਭ ਹੋਣੀ ਹੈ। ਇੱਥੋਂ ਪੰਜਵੇਂ ਪਾਤਸ਼ਾਹ ਦੇ ਸਿੱਖਾਂ ਦਾ ਜਿਹੜਾ ਜ਼ਿਕਰ ਹੈ ਉਹ ਆਰੰਭ ਹੋਣਾ ਹੈ। ਸੋ ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਤੇ ਇੱਕ ਵਿਸ਼ੇਸ਼ ਬੇਨਤੀ ਵੀ ਹੈ ਤੇ ਬੜੀ ਇੱਕ ਖੁਸ਼ੀ ਦੀ ਗੱਲ ਵੀ ਹੈ ਕਿ ਅੱਜ ਵਿਸ਼ੇਸ਼ ਤੌਰ ਦੇ ਉੱਤੇ ਸਿੱਖ ਸਰਗਰਮੀਆਂ ਜੋ ਐਤਵਾਰ ਵਾਲੇ ਦਿਨ 10:30 ਵਜੇ PTC ਨਿਊਜ਼ ਤੇ ਆਉਂਦੀਆਂ ਹਨ, ਉਹਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਇਸ ਗੁਜਰਾਤ ਦੀ ਸੰਗਤ ਵੱਲੋਂ ਜੋ ਉਪਰਾਲਾ ਕੀਤਾ ਗਿਆ ਹੈ, ਉਹਨਾਂ ਨੇ ਵਿਸ਼ੇਸ਼ ਰਿਪੋਰਟ ਬਣਾ ਕੇ ਤੇ ਸੰਗਤ ਦੇ ਸਾਹਮਣੇ ਦਿੱਤੀ ਹੈ। ਇਸ ਵਿਸ਼ੇਸ਼ ਤੌਰ ਦੇ ਉੱਤੇ ਉਹ ਪ੍ਰੋਗਰਾਮ ਦਿਖਾਇਆ ਗਿਆ। ਜਿਨ੍ਹਾਂ ਨੇ ਦੇਖਿਆ ਹੈ ਤੇ ਉਹਨਾਂ ਦਾ ਧੰਨਵਾਦ, ਤੇ ਜਿਨ੍ਹਾਂ ਨੇ ਦੇਖਣਾ ਹੈ ਉਹਨਾਂ ਦੇ ਵਾਸਤੇ ਅਸੀਂ ਉਹ ਜਲਦੀ ਹੀ ਸਾਡੇ ਕੋਲ ਲਿੰਕ ਆ ਜਾਵੇਗਾ PTC ਵੱਲੋਂ, ਤੇ ਉਹ ਫਿਰ ਅਸੀਂ YouTube ਦੇ ਉੱਤੇ ਅਪਲੋਡ ਕਰ ਦੇਵਾਂਗੇ ਜਾਂ ਤੁਹਾਨੂੰ ਇਸ ਗਰੁੱਪ ਦੇ ਵਿੱਚ ਮਿਲ ਜਾਵੇਗਾ। 5 ਮਿੰਟ ਦਾ ਉਹ ਕਲਿੱਪ ਹੈ ਜਿਹਦੇ ਵਿੱਚ ਉਹਨਾਂ ਸਾਰਾ ਜੋ ਵੀ ਪ੍ਰਬੰਧ ਚੱਲ ਰਿਹਾ ਇਹਦੇ ਬਾਰੇ ਉਹਨਾਂ ਗੱਲ ਦੱਸੀ ਹੈ, ਸਾਰਾ ਵਿਸ਼ੇਸ਼ ਤੌਰ ਦੇ ਉੱਤੇ ਪ੍ਰੋਗਰਾਮ ਵਿਖਾਇਆ। ਸੋ ਸਾਧ ਸੰਗਤ ਜੀ, ਆਪਾਂ ਜਿਹੜੀ ਗੱਲਬਾਤ ਹੈ ਉਹ ਕਰ ਰਹੇ ਹਾਂ। ਤੇ ਮੈਂ ਸਭ ਤੋਂ ਪਹਿਲਾਂ ਆਪ ਜੀ ਨਾਲ ਇਹ 18ਵੀਂ ਜਿਹੜੀ ਪੌੜੀ ਹੈ ਉਹ ਆਪ ਜੀ ਦੀ ਸਕਰੀਨ ਉੱਤੇ ਲੈ ਆਵਾਂ, ਤਾਂ ਕਿ ਆਪ ਜੀ ਫਿਰ ਵਿਸ਼ੇ ਦੇ ਨਾਲ ਜੋੜ ਸਕੋ। ਹਾਂਜੀ, ਤੇ ਅਖਰੀ ਅਰਥ ਆਪਾਂ ਇਹਦੇ ਕਰ ਲਵਾਂਗੇ। ਸੋ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਆ ਇਸ 18ਵੀਂ ਪੌੜੀ ਦੇ ਵਿੱਚ, ਪਿਆਰੇ ਸਿੱਖਾਂ ਦਾ ਨਾਮ ਹੈ ਪੁਰੀਆ ਚੂਹੜ ਚੌਧਰੀ, ਪੈੜਾ ਦਰਗਾਹ ਦਾਤਾ ਭਾਰਾ, ਬਾਲਾ ਕਿਸਨਾ ਝਿੰਗਰਣ, ਪੰਡਤ ਰਾਏ ਸਭਾ ਸਿੰਗਾਰਾ, ਸੋਹੜ ਤਿਲੋਕਾ ਸੂਰਮਾ, ਸਿੱਖ ਸੁਮੰਦਾ ਸਨਮੁਖ ਸਾਰਾ, ਕੁੱਲਾ ਭੁੱਲਾ ਝੰਜੀਆ, ਭਾਗੀਰਥ ਸੋਇਨੀ ਸਚਿਆਰਾ, ਲਾਲੂ ਬਾਲੂ ਵਿਜ ਹਨ, ਹਰਖਵੰਤ ਹਰਿਦਾਸ ਪਿਆਰਾ, ਧੀਰ ਨਿਹਾਲੂ ਤੁਲਸੀਆ, ਮੂਲਾ ਚੰਡੀਆ ਬਹੁ ਗੁਣਿਆਰਾ, ਗੋਖੂ ਟੋਡਾ ਮਹਿਤਿਆ,
ਤੋਤਾ ਮੱਧੂ ਸ਼ਬਦ ਵਿਚਾਰਾ, ਝਾਂਜੂ ਅਤੇ ਮੁਕੰਦ ਹੈ, ਕੀਰਤਨ ਕਰੈ ਹਜੂਰ ਕਿਦਾਰਾ, ਸਾਧ ਸੰਗਤ ਪ੍ਰਗਟ ਪਹਾਰਾ। ਸੋ ਇਹ ਪੰਜਵੇਂ ਪਾਤਸ਼ਾਹ ਜੀ ਦੇ ਸਿੱਖ ਹਨ, ਜਿਨ੍ਹਾਂ ਦੇ ਵਿੱਚੋਂ ਪਹਿਲੀ ਪੌੜੀ ਦੇ ਵਿੱਚ ਚੂਹੜ, ਪੁਰੀਆ ਚੌਧਰੀ ਤੇ ਪੈੜਾ ਇਹਨਾਂ ਦੇ ਨਾਮ ਹਨ। ਦਰਗੇ ਭਾਰਾ ਭਾਵ ਵੱਡੇ ਦਾਤੇ ਹੋਏ, ਦਰਗਾਹ ਦੇ ਵਿੱਚ ਇਹਨਾਂ ਦੀ ਸੁਣੀ ਗਈ, ਦਰਗਾਹ ਦੇ ਵਿੱਚ ਇਹ ਕਬੂਲ ਹੋਏ, ਗੁਰੂ ਦੇ ਦਰ ਤੇ ਕਬੂਲ ਹੋਏ। ਦੂਸਰੀ ਪੰਕਤੀ ਦੇ ਵਿੱਚ ਹੈ ਬਾਲਾ ਕਿਸਨਾ ਝਿੰਗਰ ਜਾਤ ਦਾ। ਬਾਲਾ ਤੇ ਕ੍ਰਿਸ਼ਨਾ ਇਹ ਦੋ ਜਾਣੇ ਹਨ, ਝਿੰਗਰ ਜਾਤ ਦੇ। ਤੇ ਪੰਡਤ ਰਾਏ, ਇਹ ਸਿੱਖ ਜਿਹੜੇ ਹਨ ਇਹ ਸ਼ਿੰਗਾਰ ਹਨ ਸਭਾ ਦੇ, ਸਤ ਸੰਗਤ ਦੀ ਸ਼ਿੰਗਾਰ ਹਨ, ਸੰਗਤ ਵਿੱਚ ਬੈਠ ਕੇ ਨਾਮ ਸੁਣਦੇ ਆ। ਇਹਨਾਂ ਦੇ ਬਾਰੇ ਵਿਚਾਰ ਹੈ। ਫਿਰ ਉਸ ਤੋਂ ਬਾਅਦ ਤੀਸਰੀ ਪੌੜੀ ਦੇ ਵਿੱਚ ਤਲੋਖਾ ਸੁਹੜ, ਸੂਰਮਾ ਸਿੱਖ ਤੇ ਸਮੁੰਦਾ ਇਹ ਸਨਮੁਖ ਹੋਏ ਹਨ ਸਤਿਗੁਰਾਂ ਦੇ। ਕੁੱਲਾ ਭੁੱਲਾ ਝੰਜੀ ਜਾਤ ਦੇ ਤੇ ਸੋਇਨੀ ਭਗੀਰਥਾ ਇਹ ਸੁੱਚੇ ਆਚਰਣ ਵਾਲੇ ਹੋਏ ਹਨ, ਸਚਿਆਰੇ ਹੋਏ ਹਨ। ਪੰਜਵੀਂ ਪੌੜੀ ਵਿੱਚ ਹੈ ਲਾਲੂ ਬਾਲੂ ਵਿਜ ਜਾਤ ਦੇ। ਹਰਦਾਸ ਇਹ ਸਾਰੇ ਸਿੱਖ ਹਨ, ਪਿਆਰੇ ਹਨ, ਪ੍ਰਸੰਨ ਹੋਏ ਆ, ਪਿਆਰ ਇਹਨਾਂ ਨੂੰ ਗੁਰੂ ਦਾ ਮਿਲਿਆ। ਉਸ ਤੋਂ ਬਾਅਦ ਛੇਵੀਂ ਪੌੜੀ ਦੇ ਵਿੱਚ ਹੈ ਧੀਰ ਨਿਹਾਲੂ ਤੁਲਸੀਆ ਬੂਲਾ ਚੰਡੀਆ। ਗੁਣਾਂ ਦਾ ਘਰ ਹਨ, ਗੁਣਾਂ ਦੇ ਬਣਜਾਰੇ ਹਨ, ਗੁਣਾਂ ਨੂੰ ਗਾਉਣ ਵਾਲੇ ਹਨ, ਬਹੁ ਗੁਣਿਆਰਾ। ਇਹ ਬੜੇ ਵੱਡੇ ਗੁਣਾਂ ਦੇ ਮਾਲਕ ਸਨ, ਜੋ ਸਤਿਗੁਰਾਂ ਦੀ ਕਿਰਪਾ ਕਰਕੇ ਇਹਨਾਂ ਦੇ ਅੰਦਰ ਗੁਣ ਆਏ। ਫਿਰ ਸੱਤਵੀਂ ਪੌੜੀ 'ਚ ਹੈ ਗੋਕੂ ਟੋਡਾ ਮਹਿਤਾ ਤੋਤਾ ਮੱਧੂ। ਇਹ ਸਿੱਖ ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਸੁਣੀ ਤੇ ਆਪਣਾ ਜੀਵਨ ਜਿਹੜਾ ਉਹ ਚੜ੍ਹਦੀ ਕਲਾ ਨਾਲ ਜੀਵਿਆ। ਅੱਠਵੀਂ ਪੰਕਤੀ ਦੇ ਵਿੱਚ ਹੈ ਝਾਂਜੂ ਮੁਕੰਦਾ, ਝਾਂਜੂ ਤੇ ਮੁਕੰਦਾ ਕਿਦਾਰਾ ਇਹ ਸਤਿਗੁਰਾਂ ਦੇ ਹਜੂਰ ਕੀਰਤਨ ਕਰਦੇ ਸਨ। ਕੀਰਤਨ ਕਰੇ ਹਜੂਰ ਕਿਦਾਰਾ, ਇਹ ਭਾਈ ਕਿਦਾਰਾ ਜੀ ਕੀਰਤਨ ਕਰਦੇ ਸਨ। ਸਾਧ ਸੰਗਤ ਪ੍ਰਗਟ ਪ੍ਰਤਾਪ ਹੈ, ਪ੍ਰਗਟ ਪਹਾਰਾ। ਸਾਧ ਸੰਗਤ ਦੇ ਵਿੱਚ ਪ੍ਰਗਟ ਪ੍ਰਤਾਪ ਹੈ, ਜਿਹਦੀ ਸੰਗਤ ਕਰਨ ਦੇ ਨਾਲ ਜਿਹੜਾ ਹੈ ਮਨੁੱਖ ਦਾ ਜੀਵਨ ਉਹ ਸਚਿਆਰਾ ਬਣਦਾ ਹੈ। ਸੋ ਇਹ ਜਿੰਨੇ ਸਿੱਖ ਹਨ ਇਹ 28 ਸਿੱਖ ਹਨ। ਇਹ ਆਣ ਕੇ ਇਹਨਾਂ ਨੇ ਸਤਿਗੁਰਾਂ ਨੂੰ ਜਿਹੜਾ ਹੈ ਪੁੱਛਿਆ ਹੈ ਆਪਣੇ ਜੀਵਨ ਨੂੰ ਕਮਾਉਣ ਬਾਰੇ। ਇਹਨਾਂ ਸਾਰਿਆਂ ਸਿੱਖਾਂ ਦੀਆਂ ਅੱਗੇ ਸਾਰੀਆਂ ਜਿਹੜੀਆਂ ਪੌੜੀਆਂ ਇਹਨਾਂ ਸਿੱਖਾਂ ਦੀਆਂ ਚੱਲਣੀਆਂ ਹਨ। ਪੰਜਵੇਂ ਪਾਤਸ਼ਾਹ ਦੇ ਬਹੁਤ ਸਾਰੇ ਸਿੱਖਾਂ ਦਾ ਨਾਮ ਜਿਹੜਾ ਹੈ ਉਹ ਭਾਈ ਗੁਰਦਾਸ ਜੀ ਨੇ ਇੱਥੇ ਵਰਤਿਆ ਹੈ। ਦੂਰ ਦੂਰ ਦੇਸ਼ਾਂ ਦੀ ਸੰਗਤ, ਪੰਜਾਬ ਦੀ ਸੰਗਤ, ਫਿਰ ਆਗਰੇ ਤੱਕ ਦੀ ਸੰਗਤ ਦਾ, ਲਾਹੌਰ ਦੀ ਸੰਗਤ ਦਾ, ਤੇ ਜਿੰਨੇ ਵੀ ਹਜੂਰੀ ਸਿੱਖ ਸਨ ਉਹਨਾਂ ਦਾ ਸਾਰਿਆਂ ਦਾ ਵਰਣਨ ਆਏਗਾ। ਇਹ 28 ਪੌੜੀਆਂ ਤੱਕ ਜਿਹੜਾ ਹੈ ਨਾ ਹੁਣ ਜਿਹੜਾ ਵਰਣਨ ਉਹ ਪੰਜਵੇਂ ਪਾਤਸ਼ਾਹ ਦੇ ਸਿੱਖਾਂ ਦਾ ਆਵੇਗਾ। 18ਵੀਂ ਤੋਂ 28 ਵਾਰ 28ਵੀਂ ਪੌੜੀ ਭਾਵ 10 ਪੌੜੀਆਂ ਦੇ ਵਿੱਚ ਪੰਜਵੇਂ ਪਾਤਸ਼ਾਹ ਦੇ ਸਿੱਖਾਂ ਦਾ ਜ਼ਿਕਰ ਹੈ। ਫਿਰ ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਦੇ ਸਿੱਖਾਂ ਦਾ ਜ਼ਿਕਰ ਜਿਹੜਾ ਹੈ ਉਹ ਸ਼ੁਰੂ ਹੋਣਾ ਹੈ। ਸੋ ਆਪਾਂ ਇਹਨਾਂ ਸਿੱਖਾਂ ਦੇ ਜਿਹੜੇ ਨਾਮ ਹਨ ਹੁਣ ਆਪਾਂ ਇਹਨਾਂ ਨੂੰ ਵਾਰੀ ਸਿਰ ਜਿਹੜਾ ਵਿਚਾਰਨ ਦੀ ਜਿਹੜੀ ਉਹ ਗੱਲ ਕਰਦੇ ਹਾਂ, ਜਿਵੇਂ ਭਾਈ ਮਨੀ ਸਿੰਘ ਜੀ ਨੇ ਬਖਸ਼ਿਸ਼ ਕੀਤੀ ਆ, ਜਿਵੇਂ ਉਹਨਾਂ ਨੇ ਦੱਸਿਆ। ਸੋ ਸਭ ਤੋਂ ਪਹਿਲਾਂ ਜਿਹੜੀ ਸਾਖੀ ਹੈ ਚੌਧਰੀ ਪੁਰੀਆ ਤੇ ਚੂਹੜ ਦੀ ਹੈ। ਇਹ ਚੌਧਰੀ ਸਨ ਦੋਵੇਂ ਤੇ ਇਹ ਸਤਿਗੁਰਾਂ ਦੇ ਹਜੂਰ ਆਏ ਆ। ਹਜੂਰ ਆਣ ਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਆਣ ਕੇ ਇਹਨਾਂ ਨੇ ਨਾ ਅਰਦਾਸ ਕੀਤੀ ਕਿ ਪਾਤਸ਼ਾਹ ਕਿਰਪਾ ਕਰੋ, ਸਾਡਾ ਉਧਾਰ ਕਿਵੇਂ ਹੋਵੇ, ਅਸੀਂ ਕਿਵੇਂ ਐਸਾ ਜੀਵਨ ਜੀਵੇ ਕਿ ਸਾਡਾ ਉਧਾਰ ਹੋਵੇ। ਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਭਾਈ ਝੂਠ ਛੱਡ ਦਿਓ। ਇਹ ਕਹਿੰਦੇ ਜੀ ਅਸੀਂ ਜਿਹੜੇ ਚੌਧਰੀ ਆ ਪਿੰਡ ਦੇ ਤੇ ਝੂਠ ਨਹੀਂ ਸਾਡੇ ਕੋਲ ਛੁੱਟਦਾ, ਅਸੀਂ ਝੂਠ ਨਹੀਂ ਛੱਡ ਸਕਦੇ। ਝੂਠ ਜਿਹੜਾ ਆ ਉਹ ਅਸੀਂ ਮਤਲਬ ਕਰਦੇ ਆ, ਜਿਹੜਾ ਵੀ ਸਾਡਾ ਕਾਰ ਵਿਹਾਰ ਇਵੇਂ ਦਾ ਬਣਿਆ ਹੋਇਆ ਕਿ ਜਿੰਨਾ ਚਿਰ ਝੂਠ ਨਾ ਬੋਲੀਏ ਸਾਡਾ ਕਾਰੋਬਾਰ ਨਹੀਂ ਚੱਲਦਾ, ਸਾਡਾ ਕਾਰੋਬਾਰ ਨਹੀਂ ਚੱਲਦਾ। ਅਸੀਂ ਕਿਵੇਂ ਕਰਕੇ ਜਿਹੜਾ ਹੈ ਨਾ ਨਾਮ ਜਪੀਏ, ਸਾਡਾ ਨਾਮ ਤੇ ਫੇਰ ਹੀ ਜਪਿਆ ਕਬੂਲ ਹੈ। ਜੇ ਅਸੀਂ ਝੂਠ ਨਾ ਬੋਲੀਏ ਤੇ ਝੂਠ ਸਾਡੇ ਕੋਲ ਨਹੀਂ ਛੱਡਿਆ ਜਾਂਦਾ। ਹਰ ਮਨੁੱਖ ਦਾ ਇਹ ਹੁੰਦਾ ਹੈ ਨਾ, ਜ਼ਿਆਦਾਤਰ ਜਿਹਨੂੰ ਆਦਤ ਪੈ ਜਾਵੇ ਝੂਠ ਬੋਲਣ ਦੀ ਹਰ ਕਿਸੇ ਨਾਲ, ਤੇ ਉਹਦੇ ਕੋਲੋਂ ਫਿਰ ਝੂਠ ਜਿਹੜਾ ਉਹ ਛੱਡਿਆ ਨਹੀਂ ਜਾਂਦਾ। ਤੇ ਸਤਿਗੁਰਾਂ ਨੇ ਕਿਹਾ ਕਿ ਭਾਈ ਤੁਹਾਨੂੰ ਇੱਕ ਰਸਤਾ ਮੈਂ ਦੱਸਦਾ ਝੂਠ ਛੱਡਣ ਦਾ, ਇਹ ਸਾਡੇ ਵੀ ਸੁਣਨ ਵਾਸਤੇ ਹੈ।
ਪਾਤਸ਼ਾਹ ਨੇ ਕਿਹਾ ਕਿ ਤੁਸੀਂ ਆਪਣੇ ਨਾ ਪਿੰਡ 'ਚ ਜਾਣਾ ਹੈ, ਉੱਥੇ ਇੱਕ ਧਰਮਸ਼ਾਲਾ ਬਣਾਉਣੀ ਹੈ। ਤੇ ਉਸ ਸਮੇਂ ਸਤਿਗੁਰਾਂ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਲਿਖਣ ਦਾ, ਗੁਰਬਾਣੀ ਲਿਖਣ ਦਾ ਕਾਰਜ ਸਿੱਖਾਂ ਨੂੰ ਦਿੱਤਾ ਹੋਇਆ ਸੀ। ਜਿਹੜੇ ਹਜੂਰੀਏ ਸਿੱਖ ਸਨ ਉਹ ਸਤਿਗੁਰਾਂ ਦੀ ਬਾਣੀ ਲਿਖ ਕੇ ਹੋਰਨਾਂ ਸਿੱਖਾਂ ਨੂੰ ਵੀ ਦਿੰਦੇ ਸਨ। ਤੇ ਸਤਿਗੁਰਾਂ ਨੇ ਕਿਹਾ ਕਿ ਤੁਸੀਂ ਇੱਥੋਂ ਇੱਕ ਬਾਣੀ ਦੀ ਪੋਥੀ ਲੈ ਜਾਣੀ ਤੇ ਉਸ ਧਰਮਸ਼ਾਲਾ ਦੇ ਵਿੱਚ ਪ੍ਰਕਾਸ਼ ਕਰਕੇ ਤੇ ਕਥਾ ਕੀਰਤਨ ਜਿਹੜਾ ਕਰਿਆ ਕਰਨਾ, ਨਾਲੇ ਉਸ ਪੋਥੀ ਦੀ ਵਿਚਾਰ ਕਰਿਆ ਕਰਨਾ। ਤੇ ਪਾਤਸ਼ਾਹ ਵਿਚਾਰ ਤੇ ਅਸੀਂ ਕਰ ਲਵਾਂਗੇ, ਪਰ ਝੂਠ ਕਿਵੇਂ ਛੱਡੀਏ? ਝੂਠ ਵਾਲਾ ਮਸਲਾ ਨਹੀਂ ਸਾਡੇ ਕੋਲ ਹੋਣਾ, ਝੂਠ ਨਹੀਂ ਛੱਡਿਆ ਜਾਣਾ। ਸਤਿਗੁਰਾਂ ਨੇ ਕਿਹਾ ਵੀ ਇੰਜ ਕਰਨਾ ਹੈ ਭਾਈ, ਤੁਸੀਂ ਨਾ 1 ਮਹੀਨੇ ਬਾਅਦ ਸਾਡੀ ਸੰਗਤ ਕਰਨ ਆਇਆ ਕਰਨੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੇ ਨੇ। ਸਤਿਗੁਰਾਂ ਨੇ ਕਿਹਾ 1 ਮਹੀਨੇ ਬਾਅਦ ਤੁਸੀਂ ਸਾਡੇ ਕੋਲ ਆਇਆ ਕਰਨਾ। ਕਹਿੰਦੇ ਜੀ ਠੀਕ ਹੈ। ਤੇ ਕਾਰਜ ਸਤਿਗੁਰੂ ਕੀ ਕਰਿਆ ਕਰਨਾ? ਸਤਿਗੁਰੂ ਕਹਿੰਦੇ ਕਾਰਜ ਇਹ ਆ ਕਿ ਤੁਸੀਂ ਸੰਗਤ ਕਰਿਆ ਕਰਨੀ ਹੈ, ਧਰਮਸ਼ਾਲਾ ਬਣਾ ਕੇ ਉੱਥੇ ਬੈਠ ਕੇ ਸੰਗਤ ਕਰਿਆ ਕਰਨੀ ਆ। ਤੇ ਨਾਲ ਨਾਲ ਜਦੋਂ ਤੁਸੀਂ ਆਪਣਾ ਕਾਰ ਵਿਹਾਰ ਕਰਨਾ ਹੈ ਨਾ, ਸਾਰੇ ਦਿਨ ਦਾ ਕਾਰ ਵਿਹਾਰ ਕਰਕੇ ਜਿਹੜਾ ਵੀ ਕਾਰਜ ਕਰਦੇ, ਝੂਠ ਬੋਲੋ ਸੱਚ ਬੋਲੋ। ਤੇ ਆਪਣੇ 2 ਪੇਜ ਲਾ ਲੈਣੇ ਆ, ਕਾਗਜ਼ 2 ਰੱਖ ਲੈਣੇ ਆ ਆਪਣੇ ਕੋਲ। ਇੱਕ ਉੱਤੇ ਆਪਣੇ ਸਾਰੇ ਦਿਨ ਦੇ ਝੂਠ ਲਿਖੀ ਜਾਣੇ ਆ, ਇੱਕ ਕਾਗਜ਼ ਤੇ ਆਪਣੇ ਸਾਰੇ ਦਿਨ ਦੇ ਸੱਚ ਲਿਖੀ ਜਾਣੇ ਕਿ ਅੱਜ ਮੈਂ ਕਿੰਨਾ ਸੱਚ ਬੋਲਿਆ ਤੇ ਕਿੰਨਾ ਝੂਠ ਬੋਲਿਆ। ਲਿਖੀ ਗਏ, ਸਿੱਖ ਗਏ ਘਰਾਂ ਨੂੰ ਜਾ ਕੇ ਸੰਗਤ ਕੀਤੀ, ਸੰਗਤ ਚ ਆਇਆ ਕਰਨ, ਮਨ ਪਵਿੱਤਰ ਹੋਵੇ। ਤੇ ਫਿਰ ਉਸ ਤੋਂ ਬਾਅਦ ਜਦੋਂ ਜਾਇਆ ਕਰਨ ਆਪਣੇ ਕੰਮਕਾਰ ਤੇ, ਜਦੋਂ ਇਹ ਚੌਧਰੀ ਸਨ ਪਿੰਡ ਦੇ ਫੈਸਲੇ ਕਰਾਉਣ ਵਾਲੇ, ਸਾਰਾ ਕੁਝ ਕਰਦੇ ਸੀ, ਤੇ ਉਹ ਜਿੰਨੇ ਵੀ ਝੂਠ ਹੁੰਦੇ ਸਨ ਉਹਨਾਂ ਨੂੰ ਸ਼ਾਮ ਨੂੰ ਦੋਵੇਂ ਜਾਣੇ ਬੈਠ ਕੇ ਲਿਖਦੇ। ਭਾਈ ਚੌਧਰੀ ਤੇ ਪੁਰੀਆ ਤੇ ਚੂਹੜ, ਇਹ ਦੋਵੇਂ ਜਾਣੇ ਆਪਣੇ ਜਿੰਨੇ ਵੀ ਸਾਰੇ ਦਿਨ ਚ ਝੂਠ ਬੋਲੇ ਹੁੰਦੇ ਉਹ ਸਾਰੇ ਇੱਕ ਕਾਗਜ਼ ਤੇ ਲਿਖ ਲੈਂਦੇ, ਇੱਕ ਕਾਗਜ਼ ਦੇ ਉੱਤੇ ਲਿਖ ਲੈਂਦੇ ਜਿੰਨੇ ਵੀ ਸਾਰੇ ਦਿਨ ਚ ਸੱਚ ਬੋਲੇ ਹੁੰਦੇ, ਸਾਰਾ ਇੱਕ ਲਿਖੀ ਜਾਏ। ਤੇ ਕਹਿੰਦੇ ਕਿ ਪਹਿਲੇ ਦਿਨ, ਪਹਿਲੇ ਮਹੀਨੇ ਜਦੋਂ ਸਤਿਗੁਰਾਂ ਦੇ ਹਜ਼ੂਰ ਆਏ, ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਕੋਲ ਆਏ, ਤੇ ਕਹਿੰਦੇ ਕਿ ਬਹੁਤ ਸਾਰੇ ਕਾਗਜ਼ ਜਿਹੜੇ ਸੀ ਝੂਠ ਨਾਲ ਭਰੇ ਹੋਏ ਸੀ, ਤੇ ਸੱਚ ਵਾਲਾ ਕਾਗਜ਼ ਜਿਹੜਾ ਸੀ ਇੱਕੋ ਸੀ, ਜਿਸ ਉੱਤੇ ਲਿਖਿਆ ਸੀ ਕਿ ਸੱਚ ਜਿਹੜਾ ਅਸੀਂ ਬੋਲਿਆ, ਉਹ ਸੱਚ ਵਾਲਾ ਕਾਗਜ਼ ਇੱਕ ਸੀ, ਤੇ ਝੂਠ ਵਾਲੇ ਕਾਗਜ਼ ਜਿਹੜੇ ਉਹ ਸੀ ਜ਼ਿਆਦੇ ਹੋ ਗਏ। ਤੇ ਸਤਿਗੁਰਾਂ ਦੇ ਕੋਲ ਹਜ਼ੂਰ ਆਏ ਤੇ ਸਤਿਗੁਰਾਂ ਨੇ ਕਿਹਾ ਕਿ ਭਾਈ ਪਹਿਲਾਂ ਲੁਕਾਈ ਜਾਣ ਜਿਹੜੇ ਕਾਗਜ਼ ਸੀ ਜਿਨ੍ਹਾਂ ਤੇ ਝੂਠ ਲਿਖਿਆ ਸੀ। ਸਤਿਗੁਰਾਂ ਨੇ ਕਿਹਾ ਲੁਕਾਓ ਨਾ, ਤੁਸੀਂ ਸੰਗਤ ਚ ਆਏ ਹੋ। ਤੇ ਸਤਿਗੁਰਾਂ ਨੇ ਕਿਹਾ, ਹੁਕਮ ਕੀਤਾ ਵੀ ਹੁਣ ਜਿੰਨੇ ਵੀ ਝੂਠ ਤੁਸੀਂ ਲਿਖੇ ਆ ਨਾ ਕਾਗਜ਼ ਦੇ ਉੱਤੇ, ਇਹ ਬੋਲ ਕੇ ਸੁਣਾਓ। ਜਿੰਨੇ ਵੀ ਤੁਸੀਂ ਝੂਠ ਲਿਖੇ ਆ ਨਾ ਇਸ ਕਾਗਜ਼ ਦੇ ਉੱਤੇ, ਸਾਰਿਆਂ ਨੂੰ ਬੋਲ ਕੇ ਨਾ ਸੰਗਤ ਦੇ ਵਿੱਚ ਸੁਣਾਓ। ਉਹਨਾਂ ਨੇ ਸਾਰੇ ਝੂਠ ਜਿੰਨੇ ਵੀ ਸਨ ਬੋਲ ਕੇ ਸੁਣਾਏ। ਸੁਣਾਉਣ ਤੋਂ ਬਾਅਦ ਜਿਹੜਾ ਸੱਚ ਸੀ, ਜਿਸ ਕਾਗਜ਼ ਤੇ ਸੱਚ ਲਿਖਿਆ ਸੀ, ਸਤਿਗੁਰਾਂ ਨੇ ਕਿਹਾ ਹੁਣ ਸੱਚ ਵੀ ਸੁਣਾਓ। ਤੇ ਉਹਨਾਂ ਸੱਚ ਵੀ ਸੁਣਾ ਦਿੱਤਾ ਤੇ ਝੂਠ ਵੀ ਸੁਣਾ ਦਿੱਤਾ। ਸਾਰਾ ਸੁਣਾਉਣ ਤੋਂ ਬਾਅਦ ਸਤਿਗੁਰਾਂ ਨੇ ਕਿਹਾ ਕੋਈ ਲੱਜਾ ਆਈ, ਕੋਈ ਸ਼ਰਮ ਆਈ? ਕਹਿੰਦੇ ਸਤਿਗੁਰੂ ਜਦੋਂ ਝੂਠ ਵਾਲਾ ਕਾਗਜ਼ ਪੜ੍ਹਿਆ ਨਾ, ਉਦੋਂ ਬੜੀ ਹੀ ਲੱਜਾ ਆਈ, ਬੜੀ ਸ਼ਰਮ ਆਈ। ਤੇ ਪਰ ਜਦੋਂ ਸੱਚ ਵਾਲਾ ਕਾਗਜ਼ ਪੜ੍ਹਿਆ ਤੇ ਮਨ ਨੂੰ ਧਰਵਾਸ ਜਿਹਾ ਹੋਇਆ ਥੋੜਾ ਜਿਹਾ। ਕਹਿੰਦੇ ਚਲੋ ਠੀਕ ਹੈ, ਜਾਓ ਹੁਣ ਫੇਰ ਜਾ ਕੇ ਇਹੋ ਕਾਰਜ ਕਰਨਾ। ਚਲੋ ਜੀ, ਫਿਰ ਦੂਸਰੇ ਮਹੀਨੇ ਆਏ ਸਤਿਗੁਰਾਂ ਦੇ ਹਜ਼ੂਰ। ਸੰਗਤ ਕਰਦੇ ਆ ਰੋਜ਼, ਇਹ ਨਹੀਂ ਕਿ ਸੰਗਤ ਨਹੀਂ ਕਰਦੀ। ਅੰਮ੍ਰਿਤ ਵੇਲੇ ਜੋ ਸਤਿਗੁਰਾਂ ਨੇ ਉਪਦੇਸ਼ ਕਿਹਾ ਸੀ ਨਾ ਕਿ ਧਰਮਸਾਲ ਬਣਾ ਕੇ ਉੱਥੇ ਪੋਥੀ ਪ੍ਰਕਾਸ਼ ਕਰਕੇ ਕਥਾ ਕੀਰਤਨ ਕਰਿਆ ਕਰਨਾ, ਇਹ ਵੀ ਕਰਦੇ ਆ। ਤੇ ਨਾਲ ਦਿਨ ਦਾ ਸਾਰਾ ਕੰਮ ਕਰ ਲੱਗਿਆ ਝੂਠ ਕਮਾਉਂਦੇ, ਉਹ ਲਿਖੀ ਜਾਂਦੇ ਆ। ਦੂਸਰੇ ਮਹੀਨੇ ਆਏ, ਉਹ ਜਿਹੜੇ ਕਾਗਜ਼ ਸਨ ਜਿਨ੍ਹਾਂ ਦੇ ਉੱਤੇ ਝੂਠ ਲਿਖਿਆ ਜਾਂਦਾ ਸੀ, ਉਹ ਅੱਧੇ ਰਹਿ ਗਏ। ਅੱਧੇ ਰਹਿ ਗਏ ਤੇ ਉਹ ਫੇਰ ਉਸੇ ਤਰ੍ਹਾਂ ਸਤਿਗੁਰਾਂ ਨੇ ਕਿਹਾ ਸੰਗਤ ਚ ਸੁਣਾਓ। ਸੰਗਤ ਚ ਸੁਣਾਏ ਝੂਠ ਜਿੰਨੇ ਵੀ ਸੀ। ਤੇ ਜਿਹੜੇ ਸੱਚ ਵਾਲੇ ਕਾਗਜ਼ ਸੀ ਉਹ ਫੇਰ ਇੱਕ ਸੀ, ਤੇ ਉਹਦੇ ਤੇ ਜਿਹੜੇ ਸੱਚ ਜ਼ਿਆਦਾ ਸੀ ਉਹ ਸੁਣਾਇਆ, ਦੋਵੇਂ ਸੁਣਾਏ। ਸਤਿਗੁਰਾਂ ਨੇ ਕਿਹਾ ਠੀਕ ਆ। ਇਸੇ ਤਰ੍ਹਾਂ 3-4 ਮਹੀਨੇ ਆਉਂਦੇ ਰਹੇ। ਇੱਕ ਦਿਨ ਐਸਾ ਆਇਆ ਕਿ ਸੱਚ ਵਾਲੇ ਕਾਗਜ਼ ਜਿਹੜੇ ਸੀ ਉਹ ਭਰ ਗਏ ਤੇ ਝੂਠ ਵਾਲੇ ਕਾਗਜ਼ ਜਿਹੜੇ ਸੀ ਉਹ ਖਤਮ ਹੋ ਗਏ। ਜਿਨ੍ਹਾਂ ਦੇ ਉੱਤੇ ਝੂਠ ਲਿਖਿਆ ਗਿਆ ਸੀ ਨਾ, ਜਿਨ੍ਹਾਂ ਤੇ ਝੂਠ ਰੋਜ਼ ਲਿਖਦੇ ਸੀ, ਇੱਕ ਦਿਨ ਐਸਾ ਆਇਆ 3-4 ਮਹੀਨਿਆਂ ਦੇ ਬਾਅਦ, ਐਸਾ ਜੀਵਨ ਚ ਬਦਲਾਵ ਆਇਆ ਕਿ ਸੰਗਤ ਦੇ ਵਿੱਚ ਆਣ ਕੇ ਨਾਲੇ ਤੇ ਸਾਰਾ ਜਿਹੜਾ ਝੂਠ ਸੁਣਾਉਂਦੇ ਸਨ, ਸੰਗਤ ਵੀ ਬਖਸ਼ ਦਿੰਦੀ, ਗੁਰੂ ਵੀ ਬਖਸ਼ ਦਿੰਦਾ। ਤੇ ਨਾਲੇ ਉਹਦੇ ਨਾਲ ਮਨ ਤੇ ਇਹੋ ਜਿਹਾ ਪ੍ਰਭਾਵ ਪਿਆ ਕਿ ਉਹ ਸਾਰੇ ਜਿਹੜੇ ਝੂਠ ਸਨ ਉਹ ਛੱਡੇ ਗਏ। ਜੋ ਦਿਨ ਦੇ ਵਿੱਚ ਝੂਠ ਬੋਲਦੇ ਸਨ, ਤੇ ਹੁਣ ਜਿਹੜੇ ਸੱਚ ਬੋਲਦੇ ਸਨ ਉਹ ਸਾਰੇ ਪੰਨੇ ਤੇ ਲਿਖਣੇ ਸ਼ੁਰੂ ਕਰ। ਤੇ ਇੱਕ ਦਿਨ ਐਸਾ ਆਇਆ, ਸਾਰਾ ਸੱਚ ਹੀ ਸਤਿਗੁਰਾਂ ਨੂੰ ਆ ਕੇ ਸੁਣਾ ਦਿੱਤਾ। ਤੇ ਸਤਿਗੁਰਾਂ ਨੇ ਕਿਹਾ ਭਾਈ ਅਸੀਂ ਨਿਹਾਲ ਹੋਏ ਆ, ਤੁਹਾਡੀ ਸਿੱਖੀ ਪ੍ਰਵਾਨ ਹੈ, ਹੁਣ ਤੁਸੀਂ ਅਸਲੀ ਸਿੱਖ ਬਣੇ ਹੋ। ਤੇ ਹੁਣ ਤੁਸੀਂ ਇਸੇ ਤਰ੍ਹਾਂ ਵਰਤਣਾ, ਸੱਚ ਬੋਲਿਆ ਕਰਨਾ। ਸੱਚ ਬੋਲੋਗੇ ਤੁਹਾਡਾ ਇਸੇ ਤਰ੍ਹਾਂ ਹੀ ਪਾਰ ਉਤਾਰਾ ਹੋਵੇਗਾ। ਇਸ ਤਰ੍ਹਾਂ ਇਹ ਜਿਹੜਾ ਭਾਈ ਚੌਧਰੀ ਆ ਤੇ ਭਾਈ ਚੂੜ ਜਿਹੜਾ ਹੈ, ਇਹਨਾਂ ਦੋਵਾਂ ਦਾ ਕਲਿਆਣ ਹੋਇਆ। ਇਸ ਤਰ੍ਹਾਂ ਦੇਖੋ ਕਿੰਨਾ ਸਤਿਗੁਰਾਂ ਨੇ ਸੁੰਦਰ ਤਰੀਕਾ ਦੱਸਿਆ। ਇਹ ਸਾਡੇ ਲਈ ਵੀ ਆ
ਆਪਾਂ ਜਦੋਂ ਗੁਰਦੁਆਰੇ ਜਾਂਦੇ ਆ ਨਾ ਤੇ ਲੁਕਾਇਆ ਨਾ ਕਰੀਏ ਆਪਣੇ ਔਗਣ। ਗੁਰੂ ਦੇ ਅੱਗੇ ਸਾਰੇ ਔਗਣ ਦੱਸ ਦਿਆ ਕਰੀਏ, ਪਾਤਸ਼ਾਹ ਆਹ ਔਗਣ ਹਨ ਮੇਰੇ ਕੋਲ। ਕਿਉਂਕਿ ਗੁਰੂ ਨੂੰ ਤੇ ਪਤਾ ਹੀ ਹੈ ਕੀ ਔਗਣ ਕਰਦੇ ਆ, ਦਿਨ ਤੋਂ ਲੈ ਕੇ ਸ਼ਾਮ ਤੱਕ ਕੀ ਵਿਕਾਰ ਕਮਾਉਣੇ, ਗੁਰੂ ਤੋਂ ਥੋੜੀ ਲੁਕਿਆ ਕੁਛ। ਪਰ ਜਦੋਂ ਅਸੀਂ ਦੱਸਦੇ ਆ ਨਾ ਪ੍ਰੇਮ ਦੇ ਵਿੱਚ ਭਿੱਜ ਕੇ, ਪਿਆਰ ਚ ਭਿੱਜ ਕੇ ਕਿ ਦਾਤਾ ਬਖਸ਼ਣਹਾਰ ਵੀ ਤੇ ਤੂੰ ਹੀ ਆ ਨਾ, ਜੇ ਅਸੀਂ ਪਾਪ ਕਰਦੇ ਆ ਤੇ ਬਖਸ਼ਣਹਾਰ ਵੀ ਤੂੰ ਹੀ ਆ। ਤੇ ਜਦੋਂ ਇਸ ਤਰ੍ਹਾਂ ਗੁਰੂ ਦੇ ਹਜ਼ੂਰ ਆ ਕੇ ਅਰਦਾਸ ਕਰਾਂਗੇ, ਗੁਰੂ ਫਿਰ ਸਾਰੇ ਔਗਣ ਬਖਸ਼ ਦਿੰਦਾ। ਫਿਰ ਲੱਜੀਆਂ ਆਉਣੀ ਸ਼ੁਰੂ ਹੋ ਜਾਂਦੀ ਹੈ ਔਗਣਾਂ ਵੱਲ, ਫਿਰ ਗੁਰੂ ਐਸੀ ਕਿਰਪਾ ਕਰਦਾ। ਸੋ ਇਸ ਤਰ੍ਹਾਂ ਇਹਨਾਂ ਨੇ ਆਪਣਾ ਜੀਵਨ ਜਿਹੜਾ ਸਵਾਰਿਆ, ਤੇ ਆਪਾਂ ਵੀ ਇਸ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਇੱਕ ਨਿਖਾਰ ਜਿਹੜਾ ਉਹ ਲੈ ਕੇ ਆ ਸਕਦੇ। ਸੋ ਅਗਲਾ ਸਿੱਖ ਹੈ ਭਾਈ ਪੈੜਾ ਤੇ ਦੁਰਗਾ। ਇਹ ਦੋਵੇਂ ਸਤਿਗੁਰਾਂ ਦੇ ਕੋਲ ਆਏ ਆ ਤੇ ਬੇਨਤੀ ਕੀਤੀ ਹੈ ਕਿ ਪਾਤਸ਼ਾਹ ਕੋਈ ਉਪਦੇਸ਼ ਦਿਓ ਸਾਨੂੰ। ਬਚਨ ਕੀਤਾ ਹੈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿ ਭਾਈ ਜਿਨ੍ਹਾਂ ਨੇ ਪਿੱਛੇ ਦਾਨ ਕੀਤਾ ਹੈ ਤੇ ਉਹਨਾਂ ਨੇ ਹੁਣ ਪਾਇਆ ਹੈ, ਜਿਨ੍ਹਾਂ ਨੇ ਪਿਛਲੇ ਕਰਮਾਂ 'ਚ ਕਿਤੇ ਦਾਨ ਕੀਤਾ ਹੋਵੇਗਾ ਉਹਨਾਂ ਨੂੰ ਹੁਣ ਪ੍ਰਾਪਤ ਹੋਇਆ, ਤੇ ਜਿਹੜੇ ਹੁਣ ਕਰਨਗੇ ਉਹ ਅੱਗੇ ਜਾ ਕੇ ਪਾਉਣਗੇ, ਉਹਨਾਂ ਦਾ ਫਲ ਉਹਨਾਂ ਨੂੰ ਅੱਗੇ ਜਾ ਕੇ ਪ੍ਰਾਪਤ ਹੋਵੇਗਾ। ਤੇ ਜੋ ਤੁਹਾਡੇ ਪਾਸ ਆਣ ਕੇ ਵਰਤਣਾ ਹੈ, ਜੋ ਵੀ ਤੁਸੀਂ ਖਾਣ ਪੀਣ ਕਰਦੇ ਹੋ, ਜੋ ਵੀ ਕਰਦੇ ਹੋ, ਦਾਨ ਦਿੰਦੇ ਹੋ, ਤੇ ਉਹ ਸਾਰਾ ਕੁਛ ਤੁਹਾਨੂੰ ਸਿੱਖਾਂ ਦੇ ਨਾਲ ਜਦੋਂ ਵਰਤ ਕੇ ਛਕੋਗੇ ਨਾ, ਵੰਡ ਕੇ ਛਕੋਗੇ, ਤੇ ਇਹ ਦਾਨ ਵੱਧਦਾ ਫੁੱਲਦਾ, ਇਹਦਾ ਫਲ ਵੀ ਤੁਹਾਨੂੰ ਇਸੇ ਜਨਮ 'ਚ ਮਿਲੇਗਾ। ਜਿਹੜੇ ਵਿਸ਼ੇਸ਼ ਤੌਰ ਤੇ ਸਤਿਗੁਰੂ ਕਹਿੰਦੇ ਦਾਨ ਕਰਦੇ ਆ ਨਾ ਗਰੀਬਾਂ ਨੂੰ, ਉਹਦਾ ਫਲ ਜਿਹੜਾ ਹੈ ਉਹ ਉਹਨਾਂ ਨੂੰ ਗਾਂਹ ਜਾ ਕੇ ਮਿਲਦਾ ਹੈ। ਜਿਵੇਂ ਇਸ ਜਨਮ 'ਚ ਪੁੰਨ ਕੀਤਾ ਤੇ ਉਹਦਾ ਫਲ ਅਗਲੇ ਜਨਮ 'ਚ ਮਿਲੇਗਾ। ਤੇ ਸਤਿਗੁਰਾਂ ਨੇ ਕਿਹਾ ਭਾਈ ਜੇ ਤੁਸੀਂ ਕਰਮ ਇਸ ਜਨਮ 'ਚ ਕਰੋਗੇ, ਕਿਹੜਾ ਕਰਮ ਸਿੱਖਾਂ ਨੂੰ ਦਾਨ ਦਓਗੇ, ਸਿੱਖਾਂ ਦੇ ਨਾਲ ਰਲ ਕੇ ਛਕੋਗੇ, ਤੇ ਇਹਦਾ ਫਲ ਵੀ ਤੁਹਾਨੂੰ ਇਸੇ ਜਨਮ। ਤੇ ਸਤਿਗੁਰਾਂ ਨੇ ਜਦੋਂ ਇਹ ਕਿਹਾ ਤੇ ਫਿਰ ਇਹਨਾਂ ਕਿਹਾ ਸਤਿਗੁਰੂ ਸਾਨੂੰ ਦੱਸੋ ਅਸੀਂ ਕਿਵੇਂ ਕਰ ਸਕਦੇ ਹਾਂ, ਕਿਹੋ ਜਿਹਾ ਜਿਹੜਾ ਨਾ ਕਾਰਜ ਉਹ ਕਰ ਸਕਦੇ ਹਾਂ। ਤੇ ਸਤਿਗੁਰਾਂ ਨੇ ਕਿਹਾ ਭਾਈ ਜਦੋਂ ਕੋਈ ਸਿੱਖ ਲੋੜਵੰਦ ਆਵੇ ਨਾ, ਉਹਦੀ ਸੇਵਾ ਕਰਨੀ ਆ, ਗੁਰੂ ਦਾ ਸਿੱਖ ਜਾਣ ਕੇ, ਤੇ ਪ੍ਰਸ਼ਾਦੇ ਪਾਣੀ ਦੇ ਨਾਲ ਸੇਵਾ ਕਰਨੀ ਆ। ਤੇ ਜੇ ਕੱਪੜੇ ਲੀੜੇ ਦੀ, ਕਿਸੇ ਲੋਈ ਦੀ, ਬਸਤਰ ਦੀ ਲੋੜ ਹੈ, ਉਹ ਸਿੱਖ ਨੂੰ ਜਿਹੜਾ ਉਹ ਦੇ ਦੇਣਾ। ਇਸ ਤਰ੍ਹਾਂ ਜਿਹੜਾ ਹੈ ਆਪਣਾ ਜੀਵਨ ਬਤੀਤ ਕਰਨਾ। ਤੇ ਕਹਿੰਦੇ ਇੱਕ ਵਾਰੀ ਐਸਾ ਸਮਾਂ ਬਣਿਆ ਕਿ ਕਿ ਇਹ ਜਿਹੜੇ ਦੋਵੇਂ ਸਿੱਖ ਸਨ ਘਰ ਜਾ ਕੇ ਇਵੇਂ ਵਰਤਣ ਲੱਗ ਪਏ। ਤੇ ਇੱਕ ਦਿਨ ਐਸਾ ਗੱਲ ਬਣੀ ਕਿ ਇਹਨਾਂ ਦੇ ਘਰ ਜਿਹੜੇ ਸੀ ਨਾ ਸਿੱਖ ਆਏ ਬਹੁਤ ਜ਼ਿਆਦੇ, ਤੇ ਸਿੱਖ ਆਏ ਤੇ ਆਣ ਕੇ ਉਹਨਾਂ ਨੇ ਪ੍ਰਸ਼ਾਦਾ ਪਾਣੀ ਛਕਿਆ। ਉਹਨਾਂ ਨੇ ਕਰ ਦਿੱਤੀ ਮੈਂ ਰਿਕਾਰਡਿੰਗ। ਓਕੇ, ਸੋ ਇਹ ਬਾਲਾ ਤੇ ਕ੍ਰਿਸ਼ਨਾ ਇਹ ਦੋਵੇਂ ਪੰਡਤ ਸਨ। ਇਹ ਦੋਵੇਂ ਪੰਡਤ ਸਨ, ਇਹ ਦੋਵੇਂ ਸਤਿਗੁਰਾਂ ਦੇ ਹਜ਼ੂਰ ਆਏ ਆ, ਪੰਜਵੀਂ ਪਾਤਸ਼ਾਹੀ ਦੇ ਹਜ਼ੂਰ, ਕਿ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਕਿ ਅਸੀਂ ਨਾ ਪੁਰਾਣਾਂ ਦੀ ਕਥਾ ਬੜੀ ਜਾਣਦੇ ਆ ਤੇ ਸ਼ਾਸਤਰਾਂ ਦੀ ਬੜੀ ਹੀ ਅਸੀਂ ਸੋਹਣੀ ਵਿਚਾਰ ਕਰ ਲੈਂਦੇ ਦੋਵੇਂ ਜਾਣੇ, ਤੇ ਕਿਰਪਾ ਕਰੋ ਸਾਡੇ ਉੱਤੇ, ਸਾਡੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਅਸੀਂ ਵਿਚਾਰ ਬਹੁਤ ਕਰਦੇ ਹਾਂ ਪਰ ਮਨ ਨਹੀਂ ਸ਼ਾਂਤ ਹੁੰਦਾ। ਵਾਹਿਗੁਰੂ, ਇੱਕ ਸੈਕਿੰਡ, ਲਾਈਟ ਦਾ ਥੋੜਾ ਜਿਹਾ ਹੋ ਸਕਦਾ। ਠੀਕ, ਵਾਹਿਗੁਰੂ। ਇਹਨਾਂ ਨੇ ਆਣ ਕੇ ਸਾਧ ਸੰਗਤ ਜੀ ਥੋੜੀ ਜਿਹੀ ਪ੍ਰੋਬਲਮ ਆ ਗਈ ਲਾਈਟ ਦੇ ਵਿੱਚ, ਤਾਂ ਥੋੜਾ ਡਿਸਟਰਬ ਜਿਹਾ ਹੋ ਰਿਹਾ। ਚਲੋ, ਬਾਲਾ ਤੇ ਕ੍ਰਿਸ਼ਨਾ ਇਹਨਾਂ ਨੇ ਆਣ ਕੇ ਕਿਹਾ ਪਾਤਸ਼ਾਹ ਅਸੀਂ 18 ਪੁਰਾਣ ਸ਼ਾਸਤਰਾਂ ਦੀ ਬੜੀ ਸੋਹਣੀ ਰੀਝ ਦੇ ਨਾਲ ਕਥਾ ਕਰਦੇ ਹਾਂ, ਤੇ ਸੰਗਤ ਸਾਡੀ ਕਥਾ ਸੁਣ ਕੇ ਬੜੀ ਰੀਝਦੀ ਆ, ਤੇ ਜਿਹੜੇ ਸਾਡੇ ਤੋਂ ਕਥਾ ਸੁਣਦੇ ਆ ਨਾ ਉਹਨਾਂ ਦਾ ਜੀਵਨ ਜਿਹੜਾ ਹੈ ਬੜਾ ਚੰਗਾ ਹੋ ਜਾਂਦਾ, ਉਹ ਆਪਣੇ ਜੀਵਨ ਦੇ ਵਿੱਚ ਸੁੱਖ ਚੱਲ ਗਿਆ। ਵਾਹਿਗੁਰੂ, ਪਾਤਸ਼ਾਹ ਕਿਰਪਾ ਕਰੋ, ਸਾਡੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਐਸੀ ਮਿਹਰ ਕਰੋ ਕਿ ਸਾਡੇ ਮਨ ਸ਼ਾਂਤ ਹੋ ਜਾਏ।
ਤੇ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਤੁਸੀਂ ਜਿਹੜੀ ਗੱਲ ਲੋਕਾਂ ਨੂੰ ਇੰਨੀ ਸਿਆਣਪ ਦੇ ਨਾਲ ਦੱਸਦੇ ਹੋ ਨਾ ਹੋਰਨਾਂ ਨੂੰ, ਤੇ ਜਿਹੜੀ ਦੂਸਰਿਆਂ ਨੂੰ ਦੱਸਦੇ ਕਦੀ ਉਹਨੂੰ ਕਮਾ ਕੇ ਦੇਖਿਆ ਜੀ? ਇਹਨਾਂ ਕਿਹਾ ਜੀ ਪਾਤਸ਼ਾਹ ਅਸੀਂ ਤੇ ਕਦੀ ਕਮਾ ਕੇ ਨਹੀਂ ਦੇਖਿਆ, ਅਸੀਂ ਤੇ ਬਾਅਦ ਦੂਸਰਿਆਂ ਨੂੰ ਉਪਦੇਸ਼ ਕਰ ਦਿੱਤਾ ਤੇ ਇੰਨਾ ਹੀ ਜਾਣਦੇ ਆ ਕਿ ਬਸ ਹੋ ਗਿਆ ਉਪਦੇਸ਼ ਤੇ ਬਸ ਠੀਕ ਹੈ, ਅਸੀਂ ਤੇ ਕਦੀ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ। ਤੇ ਸਤਿਗੁਰਾਂ ਨੇ ਕਿਹਾ ਭਾਈ ਇਸ ਤਰ੍ਹਾਂ ਭਲਾ ਥੋੜੀ ਹੁੰਦਾ, ਜਿਹੜੀ ਗੱਲ ਤੁਸੀਂ ਕਹਿੰਦੇ ਜੇ ਉਸ ਨੂੰ ਕਮਾਓਗੇ ਨਹੀਂ ਤੇ ਤੁਹਾਡਾ ਭਲਾ, ਤੁਹਾਡੇ ਮਨ ਨੂੰ ਸ਼ਾਂਤੀ ਕਿੱਦਾਂ ਆਵੇਗੀ? ਕਹਿੰਦੇ ਪਾਤਸ਼ਾਹ ਫਿਰ ਸਾਨੂੰ ਦੱਸੋ, ਕਿਰਪਾ ਕਰੋ, ਅਸੀਂ ਕਿਵੇਂ ਆਪਣੇ ਮਨ ਨੂੰ ਸ਼ਾਂਤੀ 'ਚ ਲੈ ਕੇ ਆਈਏ? ਪਾਤਸ਼ਾਹ ਨੇ ਕਿਹਾ ਠੀਕ ਹੈ ਭਾਈ, ਤੁਸੀਂ 18 ਪੁਰਾਣਾਂ ਦੀ 6 ਸ਼ਾਸਤਰਾਂ ਦੀ ਕਥਾ ਕਰਦੇ ਕਰੋ, ਤੁਹਾਨੂੰ ਕੋਈ ਰੋਕ ਨਹੀਂ ਹੈ, ਪਰ ਤੁਸੀਂ ਨਾਲ ਨਾਲ ਗੁਰੂ ਦੀ ਬਾਣੀ ਪੜ੍ਹਨੀ ਤੇ ਗੁਰੂ ਦੀ ਬਾਣੀ ਦੀ ਵਿਚਾਰ ਕਰਨੀ, ਸ਼ਾਸਤਰਾਂ ਦੀ ਵਿਚਾਰ ਵੀ ਕਰਨੀ ਹੈ ਤੇ ਨਾਲ ਨਾਲ ਗੁਰੂ ਦੀ ਬਾਣੀ ਦੀ ਵਿਚਾਰ ਵੀ ਕਰਨੀ ਹੈ, ਤੇ ਵਿਚਾਰ ਕਰਕੇ ਮਨ 'ਚ ਵਸਾਉਣੀ, ਤੇ ਨਾਲ ਨਾਲ ਆਪਣਾ ਕਾਰ ਵਿਹਾਰ ਇਸ ਤਰ੍ਹਾਂ ਦਾ ਕਰਨਾ ਹੈ ਤੇ ਤੁਹਾਡੇ ਮਨ ਨੂੰ ਵੀ ਜਿਹੜੀ ਸ਼ਾਂਤੀ ਪ੍ਰਾਪਤ ਹੋਵੇਗੀ। ਦੋਵਾਂ ਨੇ ਸਿਰ ਝੁਕਾਇਆ ਸਤਿਗੁਰਾਂ ਦੇ ਅੱਗੇ ਤੇ ਚਲੇ ਗਏ ਆ, ਤੇ ਇਸੇ ਤਰ੍ਹਾਂ ਇਹਨਾਂ ਨੇ ਆਪਣਾ ਜਿਹੜਾ ਜੀਵਨ ਜੀਵਿਆ ਤੇ ਇਹਨਾਂ ਦੀ ਫਿਰ ਚੜ੍ਹਦੀ ਕਲਾ ਹੋਈ। ਅੱਗੇ ਹੈ ਸਿੱਖ ਦਾ ਨਾਮ ਤਿਰਲੋਕਾ। ਤਿਰਲੋਕਾ ਜਾਤ ਦਾ ਸੋਹੜ ਸੂਰਮਾ, ਇਹ ਮੁਗਲਾਂ ਦੀ ਚਾਕਰੀ ਕਰਦਾ ਸੀ, ਇਹ ਵੀ ਸਤਿਗੁਰਾਂ ਦੇ ਹਜ਼ੂਰ ਆਇਆ ਤੇ ਇਹਨੇ ਆਣ ਕੇ ਸਤਿਗੁਰਾਂ ਦੇ ਹਜ਼ੂਰ ਬੇਨਤੀ ਕੀਤੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਕਰਮ ਹੈ ਯੁੱਧ ਕਰਨਾ, ਮੈਂ ਯੁੱਧ ਕਰਦਾ, ਮੈਂ ਲੜਦਾ ਆ, ਤੇ ਜਿਹੜਾ ਹਿੰਸਾ ਦੇ ਨਾਲ ਮੇਰਾ ਉਧਾਰ ਕਿਵੇਂ ਹੋਵੇਗਾ? ਜੇ ਮੈਂ ਹਿੰਸਾ ਕਰਦਾ ਹੈ, ਕਿਸੇ ਨਾਲ ਲੜਦਾ ਹੈ, ਤੇ ਇਹਦੇ ਨਾਲ ਮੇਰਾ ਉਧਾਰ ਦੱਸੋ ਕਿਵੇਂ ਹੋ ਸਕਦਾ? ਤੇ ਸਤਿਗੁਰਾਂ ਨੇ ਕਿਹਾ ਭਾਈ ਇਸ ਦੇ ਨਾਲ ਤੇਰਾ ਉਧਾਰ ਹੋ ਜਾਏਗਾ, ਹਿੰਸਾ ਆਪ ਨਹੀਂ ਕਰਨੀ, ਮਨ ਤੋਂ ਹਿੰਸਾ ਨਹੀਂ ਕਰਨੀ, ਸ਼ਸਤਰ ਤੋਂ ਕੋਈ ਗੱਲ ਨਹੀਂ, ਸ਼ਸਤਰ ਦੇ ਨਾਲ ਜੇ ਕੋਈ ਚੜ ਕੇ ਆਉਂਦਾ ਹੈ ਉਹਨੂੰ ਸੋਧ ਦੇਣਾ ਠੀਕ ਹੈ, ਪਰ ਤੂੰ ਆਪ ਮਨ ਤੋਂ ਕਿਸੇ ਦੇ ਨਾਲ ਹਿੰਸਾ ਨਹੀਂ ਕਰਨੀ, ਫਿਰ ਤੇਰਾ ਕਲਿਆਣ ਹੋਵੇਗਾ। ਪਾਤਸ਼ਾਹ ਨੇ ਕਿਹਾ ਆਪਣੇ ਛਤਰੀ ਧਰਮ ਦੇ ਵਿੱਚ ਪਰਪੱਕ ਰਹਿਣਾ, ਤੂੰ ਮੁਗਲਾਂ ਦੀ ਨੌਕਰੀ ਕਰਦਾ, ਇਹ ਨਹੀਂ ਕਿ ਨੌਕਰੀ ਛੱਡ ਹੀ ਦੇਣੀ ਹੈ, ਨੌਕਰੀ ਵੀ ਕਰਨੀ ਹੈ ਤੇ ਤੂੰ ਲੜਨਾ ਵੀ ਹੈ ਜੰਗ ਦੇ ਵਿੱਚ, ਕੋਈ ਗੱਲ ਨਹੀਂ, ਪਰ ਇੱਕ ਗੱਲ ਯਾਦ ਰੱਖਣੀ ਹੈ ਕਿ ਤੂੰ ਜਿਹੜਾ ਆ ਤਲਵਾਰ ਦੇ ਨਾਲ ਹਿੰਸਾ ਕਰ ਸਕਦਾ, ਪਰ ਮਨ ਤੋਂ ਨਹੀਂ ਹਿੰਸਾ ਕਰਨੀ। ਜੇ ਕੋਈ ਚੜ ਕੇ ਆ ਗਿਆ ਤੇ ਉਹਦੇ ਨਾਲ ਤੂੰ ਤਲਵਾਰ ਨਾਲ ਉਹਨੂੰ ਸੋਧ ਵੀ ਦੇਣਾ ਹੈ, ਪਰ ਜਾਣ ਬੁੱਝ ਕੇ ਕਿਸੇ ਦੇ ਉੱਤੇ ਤਲਵਾਰ ਜਿਹੜੀ ਉਹ ਨਹੀਂ ਚੁੱਕਣੀ, ਜਾਣ ਬੁੱਝ ਕੇ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ। ਇਸ ਤਰ੍ਹਾਂ ਇਹਨੇ ਆਪਣਾ ਜੀਵਨ ਬਤੀਤ ਕੀਤਾ ਤੇ ਇੱਕ ਦਿਨ ਐਸਾ ਆਇਆ, ਇਹ ਜੰਗਲ 'ਚ ਗਿਆ ਸ਼ਿਕਾਰ ਕਰਨ ਵਾਸਤੇ। ਭਾਈ ਤਿਰਲੋਕਾ ਸੁਗੜ ਜੰਗਲ 'ਚ ਸ਼ਿਕਾਰ ਕਰਨ ਗਿਆ ਤੇ ਇਹਨੇ ਸਾਹਮਣੇ ਇੱਕ ਹਿਰਨੀ ਦੇਖੀ ਹੈ, ਤੇ ਹਿਰਨੀ ਨੂੰ ਇਹਨੇ ਜਾ ਕੇ ਤਲਵਾਰ ਦੇ ਨਾਲ ਜਿਹੜਾ ਆ ਮਾਰਿਆ, ਤੇ ਜਦੋਂ ਤਲਵਾਰ ਦੇ ਨਾਲ ਮਾਰਿਆ ਤੇ ਵੇਖਿਆ ਕਿ ਹਿਰਨੀ ਦੇ ਪੇਟ ਦੇ ਵਿੱਚ ਬੱਚਾ ਵੀ ਹੈ, ਤੇ ਹਿਰਨੀ ਦੇ ਪੇਟ 'ਚ ਬੱਚਾ ਦੇਖਿਆ ਤੇ ਇਹਦਾ ਮਨ ਪਸੀਜ ਗਿਆ। ਇਹਦੇ ਮਨ 'ਚ ਨਾ ਬੜੀ ਇਹ ਵੱਡੀ ਗੱਲ ਆਈ ਕਿ ਮੈਂ ਕੀ ਕਰ ਦਿੱਤਾ, ਮੈਂ ਕਿਸ ਤਰ੍ਹਾਂ ਦਾ ਕਾਰਜ ਸ਼ੁਰੂ ਕਰ ਦਿੱਤਾ। ਮਨ 'ਚ ਇਹਦੇ ਇਸ ਤਰ੍ਹਾਂ ਜਦੋਂ ਆਈ ਤੇ ਇਹਨੇ ਕੀ ਕੀਤਾ, ਫਿਰ ਇਹਨੇ ਨਾ ਉਹ ਜਿਹੜੀ ਤਲਵਾਰ ਸੀ ਨਾ, ਉਹ ਅੱਗਿਓਂ ਜਿਹੜੀ ਫੌਲਾਦ ਦੀ ਬਣੀ ਹੁੰਦੀ ਹੈ, ਲੋਹੇ ਦੀ ਹੁੰਦੀ ਹੈ, ਇਹਨੇ ਉਹ ਲੱਕੜ ਦੀ ਬਣਾ ਲਈ, ਸਾਰੀ ਤਲਵਾਰ ਹੀ ਲੱਕੜ ਦੀ ਬਣਾ ਕੇ ਤੇ ਆਪਣੇ ਮਿਆਨ ਦੇ ਵਿੱਚ ਰੱਖ ਲਈ ਕਿ ਹੁਣ ਮੈਂ ਗਾਂ ਤੋਂ ਜਿਹੜੀ ਕਿਸੇ ਨਾਲ ਹਿੰਸਾ ਨਹੀਂ ਕਰਦਾ, ਗਾਂ ਤੋਂ ਮੈਂ ਹੁਣ ਕੋਈ ਸ਼ਿਕਾਰ ਨਹੀਂ ਕਰਦਾ। ਤੇ ਇਸ ਤਰ੍ਹਾਂ ਜੀਵਨ ਲੰਘਣ ਲੱਗ ਪਿਆ ਤੇ 5 ਰੁਪਏ ਨੂੰ ਜਿਹੜੇ ਸੀ ਉਹ ਮਿਲਦੇ ਸਨ, 5 ਰੁਪਏ ਰੋਜ਼ ਦੇ ਇਹਨੂੰ 5 ਰੁਪਏ ਜਿਹੜੇ ਸੀ ਉਹ ਮੁਗਲਾਂ ਦੀ ਸੇਵਾ ਕਰਨ ਦੇ ਮਿਲਦੀ ਸੀ ਭਾਈ ਤਿਰਲੋਕੇ ਨੂੰ। ਤੇ ਜਿਹੜੇ ਨਾਲ ਦੇ ਮੁਗਲ ਸਨ ਉਹਨਾਂ ਨੇ ਸ਼ਿਕਾਇਤ ਕਰ ਦਿੱਤੀ ਕਿ ਭਾਈ ਤਿਰਲੋਕੇ ਕੋਲ ਜਿਹੜੀ ਹੈ ਨਾ ਤਲਵਾਰ, ਉਹ ਲੱਕੜ ਦੀ ਹੈ, ਉਹ ਲੋਹੇ ਦੀ ਤਲਵਾਰ ਨਹੀਂ ਹੈ, ਤੇ ਤੁਸੀਂ ਉਹਨੂੰ ਜਿਹੜਾ ਆ ਨਾਲੇ 5 ਰੁਪਏ ਵੀ ਦਿੰਦੇ ਹੋ ਤੇ ਨਾਲੇ ਜਿਹੜਾ ਉਹ ਤੁਹਾਨੂੰ ਜਿਹੜਾ ਉਹ ਮੂਰਖ ਬਣਾ ਰਿਹਾ, ਲੱਕੜ ਦੀ ਤਲਵਾਰ ਲੈ ਕੇ ਤੁਰਿਆ ਕਰਦਾ। ਤੇ ਭਾਈ ਤਿਰਲੋਕੇ ਨੂੰ ਬੁਲਾਇਆ ਗਿਆ। ਭਾਈ ਤਿਰਲੋਕੇ ਨੂੰ ਕਿਹਾ ਕਿ ਭਾਈ ਤਿਰਲੋਕਿਆ ਤੂੰ ਆਪਣੀ ਤਲਵਾਰ ਜਿਹੜੀ ਆ ਉਹਨੂੰ ਕੱਢ ਕੇ ਵਿਖਾ ਮਿਆਨ ਦੇ ਵਿੱਚੋਂ। ਇਹਨੇ ਅਰਦਾਸ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਹੁਣ ਜਿਹੜਾ ਹੈ ਨਾ ਇਹ ਮੇਰੇ ਤੇ ਸਮਾਂ ਬਣ ਆਇਆ ਤੇ ਮੇਰੀ ਤਲਵਾਰ ਤੇ ਲੱਕੜ ਦੀ ਆ। ਇਹਨੇ ਅਰਦਾਸ ਕਰਕੇ ਜਦੋਂ ਤਲਵਾਰ ਕੱਢੀ ਤੇ ਕਹਿੰਦੇ ਉਹ ਜਿਹੜੀ ਲੋਹੇ ਦੀ ਤਲਵਾਰ ਸੀ ਨਾ, ਹੋਰ ਚੰਗੇ ਲੋਹੇ ਦੀ ਬਣ ਗਈ, ਹੋਰ ਵਧੀਆ ਲੋਹੇ ਦੀ ਤਲਵਾਰ ਨਿਕਲੀ ਵਿੱਚੋਂ ਮਿਆਨ ਚੋਂ, ਤੇ ਬੜਾ ਪ੍ਰਸੰਨ ਹੋਇਆ। ਤੇ ਸਾਰੇ ਜਿਹੜੇ ਵੈਰੀ ਸਨ ਉਹਨਾਂ ਦਾ ਮੂੰਹ ਕਾਲਾ ਹੋਇਆ।
फिर उस तो बाद इहनूं 5 रुपए जिहड़े मिलदे सन ਉਹਦੇ ਵਿੱਚੋਂ 1.25 ਰੁਪਈਆ ਰੋਜ਼ ਇਹ ਗੁਰੂ ਦੀ ਅਰਦਾਸ ਕਰਾਉਂਦਾ, ਗੁਰੂ ਵਾਸਤੇ ਰੱਖਦਾ ਹੈ। 1.25 ਰੁਪਈਆ ਦਸਵੰਧ ਕੱਢਦਾ ਤੇ 1.25 ਰੁਪਈਆ ਜਿਹੜਾ ਸੀ ਉਹਦੇ ਵਿੱਚੋਂ ਇਹ ਗਰੀਬਾਂ ਨੂੰ ਖੈਰਾਤ ਦਿੰਦਾ ਸੀ। ਜਿਹੜਾ ਗਰੀਬ ਆਉਂਦਾ ਸੀ ਉਹਦੇ ਵਾਸਤੇ ਇਹਨੂੰ ਪ੍ਰਸ਼ਾਦਾ ਪਾਣੀ ਛਕਾ ਦਿੰਦਾ ਸੀ 1.25 ਰੁਪਏ ਦਾ। ਤੇ 2.5 ਰੁਪਏ ਇਹ ਆਪਣੇ ਨੌਕਰ ਜਿਹੜੇ ਇਹਦੇ ਨਾਲ ਸਨ ਉਹਨਾਂ ਦਾ ਗੁਜ਼ਰਾਨ 2.5 ਰੁਪਈਆਂ 'ਚ ਕਰਦਾ ਸੀ। ਤੇ ਇਸ ਤਰ੍ਹਾਂ ਜਿਹੜਾ ਇਹ ਆਪਣਾ ਕਾਰ ਵਿਹਾਰ ਕਰਦਾ ਸੀ। ਇਸ ਤਰ੍ਹਾਂ ਭਾਈ ਤਲੋਕੇ ਸੁਗੜ ਦਾ ਜਿਹੜਾ ਉਹ ਉਧਾਰ ਹੋਇਆ। ਇਸ ਤਰ੍ਹਾਂ ਇਹਨੇ ਆਪਣਾ ਜੀਵਨ ਜਿਹੜਾ ਬਤੀਤ ਕੀਤਾ। ਭਾਈ ਸਮੁੰਦਾ ਹੈ ਅਗਲਾ ਸਿੱਖ। ਸਤਿਗੁਰਾਂ ਦੇ ਹਜ਼ੂਰ ਆਣ ਕੇ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਆਣ ਕੇ ਇਹਨੇ ਅਰਦਾਸ ਕੀਤੀ ਆ ਭਾਈ ਸਮੁੰਦੇ ਨੇ, ਗਰੀਬ ਨਵਾਜ, ਇਹ ਸਨਮੁਖ ਕੌਣ ਹੁੰਦਾ ਹੈ ਤੇ ਮਨਮੁਖ ਕੌਣ ਹੁੰਦਾ ਹੈ, ਮੈਨੂੰ ਇਹ ਸਮਝਾਓ। ਪਾਤਸ਼ਾਹ ਸਨਮੁਖ ਕੌਣ, ਕਿਹਨੂੰ ਕਿਹਾ ਜਾਂਦਾ ਹੈ ਸਨਮੁਖ, ਤੇ ਮਨਮੁਖ ਕਿਸ ਮਨੁੱਖ ਨੂੰ ਕਿਹਾ ਜਾਂਦਾ ਹੈ? ਕਿਹੜਾ ਮਨੁੱਖ ਹੈ ਜਿਹੜਾ ਮਨਮੁਖ ਹੈ, ਕਿਹੜਾ ਮਨੁੱਖ ਹੈ ਜਿਹੜਾ ਸਨਮੁਖ ਹੈ? ਵਾਹਿਗੁਰੂ। ਹਾਂਜੀ, ਭਾਈ ਸਮੁੰਦੇ ਨੇ ਕਿਹਾ ਪਾਤਸ਼ਾਹ ਸਨਮੁਖ ਤੇ ਮਨਮੁਖ ਕੌਣ ਹੈ, ਮੈਨੂੰ ਥੋੜਾ ਜਿਹਾ ਦੱਸੋ। ਤੇ ਪਾਤਸ਼ਾਹ ਨੇ ਕਿਹਾ ਭਾਈ ਜਿਹੜਾ ਸਨਮੁਖ ਹੁੰਦਾ ਹੈ ਨਾ, ਜਦੋਂ ਉਹਨੂੰ ਕੋਈ ਬਚਨ ਕਹੀਦਾ ਕਿ ਭਾਈ ਸਿੱਖਾ ਤੂੰ ਆਹ ਗੱਲ ਮੰਨ ਲਾ, ਉਹ ਝੱਟ ਦੇ ਨਹੀਂ ਮੰਨ ਲੈਂਦਾ। ਤੇ ਉਹ ਫਿਰ ਜਿਹੜੇ ਕਾਰਜ ਵਾਸਤੇ ਉਹਨੂੰ ਭੇਜਿਆ ਜਾਂਦਾ ਉਹ ਕਾਰਜ ਕਰਨ ਵਾਸਤੇ ਭੱਜਾ ਹੀ ਜਾਂਦਾ, ਜਾ ਕੇ ਉਹ ਕਾਰਜ ਕਰ ਆਉਂਦਾ। ਉਸ ਮਨੁੱਖ ਨੂੰ ਸਨਮੁਖ ਕਿਹਾ ਜਾਂਦਾ ਹੈ। ਤੇ ਪਾਤਸ਼ਾਹ ਵੇਮੁਖ ਕੌਣ ਹੁੰਦਾ ਹੈ? ਤੇ ਗੁਰੂ ਸਾਹਿਬ ਕਹਿੰਦੇ ਵੇਮੁਖ ਉਹ ਹੁੰਦਾ ਜਿਹੜਾ ਕੀਤੇ ਕੰਮ ਨੂੰ ਵਿਗਾੜ ਦੇਵੇ। ਜੇ ਕੋਈ ਕੰਮ ਕੀਤਾ ਹੋਵੇ ਨਾ ਉਹਨੂੰ ਵੀ ਵਿਗਾੜ ਦੇਵੇ ਤੇ ਨਾਲੇ ਦੂਸਰਿਆਂ ਨੂੰ ਬੁਰਾ ਭਲਾ ਕਵੇ, ਉਹ ਮਨੁੱਖ ਜਿਹੜਾ ਆ ਉਹ ਮਨਮੁਖ ਹੁੰਦਾ। ਪਾਤਸ਼ਾਹ ਫਿਰ ਸਨਮੁਖ ਕਿਵੇਂ ਬਣਿਆ ਜਾਂਦਾ ਹੈ? ਤੇ ਗੁਰੂ ਸਾਹਿਬ ਨੇ ਕਿਹਾ, ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ, ਸਤਿਗੁਰ ਕਹਿੰਦੇ ਕਿ ਸਿੱਖਾ, ਨਾਮ, ਦਾਨ ਤੇ ਇਸ਼ਨਾਨ, ਇਹ 3 ਰਸਤੇ ਹਨ ਸਨਮੁਖ ਬਣਦੇ। ਜੇ ਸਨਮੁਖ ਬਣਨਾ ਹੈ ਨਾ, ਇਹਨਾਂ 3 ਰਸਤਿਆਂ ਤੇ ਚੱਲਣਾ ਪਏਗਾ। ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਹੈ, ਫਿਰ ਉਸ ਤੋਂ ਬਾਅਦ ਦਸਵੰਧ ਕੱਢਣਾ ਹੈ ਤੇ ਨਾਮ ਜਪਣਾ ਹੈ। ਨਾਮ, ਦਾਨ, ਇਸ਼ਨਾਨ। ਨਾਮ ਜਪਣਾ ਹੈ ਤੇ ਦਾਨ ਦੇਣਾ ਹੈ ਗੁਰਸਿੱਖਾਂ ਨੂੰ, ਗੁਰਸਿੱਖਾਂ ਦੇ ਹਜ਼ੂਰ ਵੰਡ ਕੇ ਛਕਣਾ ਹੈ। ਇਸ ਤਰ੍ਹਾਂ ਮਨੁੱਖ ਜਿਹੜਾ ਆ ਉਹ ਸਨਮੁਖ ਬਣਦਾ ਹੈ। ਤੇ ਸਨਮੁਖ ਜਿਹੜਾ ਹੋਵੇਗਾ ਉਹਨੂੰ ਕਾਮ ਕ੍ਰੋਧ ਜਿਹੜਾ ਆ ਉਹ ਨਹੀਂ ਵਿਆਪਦਾ। ਉਹ ਫਿਰ ਗੁਰੂ ਦੇ ਹਜ਼ੂਰ ਆ ਜਾਂਦਾ, ਉਹਦੀ ਆਰਜਾ ਕਾਮ ਕ੍ਰੋਧ ਦੇ ਵਿੱਚ ਨਹੀਂ ਬਤੀਤ ਹੁੰਦੀ। ਤੇ ਭਾਈ ਸਮੁੰਦੇ ਨੇ ਬੇਨਤੀ ਕੀਤੀ ਹੈ ਕਿ ਪਾਤਸ਼ਾਹ ਦਇਆ ਹੋਵੇ ਤੇ ਮੈਂ ਸਨਮੁਖ ਹੋ ਸਕਦਾ। ਤੇ ਪਾਤਸ਼ਾਹ ਨੇ ਕਿਹਾ, ਹਾਂ ਤੇਰੇ ਉੱਤੇ ਜੇ ਅਕਾਲ ਪੁਰਖ ਮਿਹਰ ਕਰੇ, ਕਿ ਗੁਰੂ ਮਿਹਰ ਕਰੇ ਤੇ ਤੂੰ ਵੀ ਸਨਮੁਖ ਹੋਵੇਂਗਾ। ਜਾ ਆਪਣਾ ਜੀਵਨ ਇਸ ਤਰ੍ਹਾਂ ਦਾ ਕਰ ਲਾ, ਨਾਮ, ਦਾਨ, ਇਸ਼ਨਾਨ ਵਰਤ ਲਾ ਆਪਣੇ ਜੀਵਨ ਦੇ ਵਿੱਚ ਤੇ ਤੇਰਾ ਕਲਿਆਣ ਹੋਵੇਗਾ। ਇਸ ਤਰ੍ਹਾਂ ਭਾਈ ਸਮੁੰਦੇ ਦਾ ਜਿਹੜਾ ਹੈ ਉਹ ਕਲਿਆਣ ਹੋਇਆ। ਅਗਲੇ ਸਿੱਖ ਹਨ, ਸਮਾਂ ਹੈ ਵਾਹਿਗੁਰੂ। ਅਗਲੇ ਸਿੱਖ ਹਨ ਭਾਈ ਕੁੱਲਾ, ਬੁੱਲਾ, ਝੰਜੀ ਆਸਨ ਤੇ ਭਗੀਰਥ ਸੋਇਨੀ। ਇਹ ਸਤਿਗੁਰਾਂ ਦੇ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਆਏ ਆ ਕਿ ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ, ਕਿਰਪਾ ਕਰੋ ਸਾਡਾ ਜਨਮ ਮਰਨ ਕੱਟੋ। ਜੂਨੀਆਂ ਦੇ ਵਿੱਚ ਆਉਣਾ ਅਸੀਂ ਸੁਣਿਆ ਕਿ ਬੜਾ ਦੁੱਖ ਦਿੰਦਾ ਹੈ। ਕਿ ਜਿਹੜਾ ਮਨੁੱਖ ਜੂਨ ਦੇ ਵਿੱਚ ਆਉਂਦਾ ਹੈ ਨਾ, ਤਰ੍ਹਾਂ ਤਰ੍ਹਾਂ ਦੀਆਂ ਜੂਨਾਂ 'ਚ ਆਉਣਾ ਜਾਣਾ ਜਿਹੜਾ ਹੈ ਇਹ ਬੜਾ ਦੁੱਖ ਦਿੰਦਾ ਹੈ। ਤੇ ਕਿਰਪਾ ਕਰੋ ਕਿ ਸਾਡਾ ਜਨਮ ਮਰਨ ਕੱਟੋ, ਮਿਹਰ ਕਰੋ ਆਪ ਜੀ। ਬਚਨ ਹੋਇਆ ਪਾਤਸ਼ਾਹ ਦਾ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਾ। ਸਤਿਗੁਰੂ ਕਹਿੰਦੇ ਗੁਰਮੁਖ ਹੋ ਕੇ ਕਰਮ ਕਮਾਓ ਤੇ ਮਨਮੁਖ ਕਰਮਾਂ ਦਾ ਤਿਆਗ ਕਰੋ। ਪਾਤਸ਼ਾਹ ਗੁਰਮੁਖ ਤੇ ਮਨਮੁਖ, ਸਤਿਗੁਰੂ ਕਹਿੰਦੇ ਹਾਂ ਗੁਰਮੁਖ ਬਣੋਗੇ ਜੀਵਨ ਸਫਲ ਹੋਏਗਾ, ਮਨਮੁਖ ਬਣੋਗੇ ਤੇ ਜੀਵਨ ਵਿਕਾਰੀ ਬਣ ਜਾਏਗਾ। ਪਾਤਸ਼ਾਹ ਗੁਰਮੁਖ ਕਿੰਨੀ ਪ੍ਰਕਾਰ ਦੇ ਹੁੰਦੇ ਆ ਤੇ ਮਨਮੁਖ ਕਿੰਨੀ ਪ੍ਰਕਾਰ ਦੇ ਹੁੰਦੇ ਆ? ਸਵਾਲ ਕੀਤਾ ਸਿੱਖਾਂ ਨੇ। ਭਾਈ ਕੁੱਲਾ, ਬੁੱਲਾ, ਝੰਜੀ ਆਸਨ, ਭਗੀਰਥ ਸੋਇਨੇ, ਇਹਨਾਂ ਚਾਰਾਂ ਨੇ ਮੇਰੇ ਸਤਿਗੁਰਾਂ ਦੇ ਹਜ਼ੂਰ ਸਵਾਲ ਰੱਖਿਆ ਕਿ ਪਾਤਸ਼ਾਹ ਗੁਰਮੁਖ ਕਿੰਨੀ ਪ੍ਰਕਾਰ ਦੇ ਹੁੰਦੇ ਆ ਤੇ ਮਨਮੁਖ ਕਿੰਨੀ ਪ੍ਰਕਾਰ ਦੇ ਹੁੰਦੇ ਆ? ਤੇ ਸਤਿਗੁਰਾਂ ਨੇ ਕਿਹਾ 3 ਪ੍ਰਕਾਰ ਦੇ ਗੁਰਮੁਖ ਹੁੰਦੇ ਆ ਸਿੱਖਾ ਤੇ 3 ਪ੍ਰਕਾਰ ਦੇ ਜਿਹੜੇ ਆ ਉਹ ਮਨਮੁਖ ਹੁੰਦੇ ਆ। ਪਾਤਸ਼ਾਹ ਗੁਰਮੁਖ 3 ਪ੍ਰਕਾਰ ਦੇ ਕਿਹੜੇ ਹੁੰਦੇ? ਤੇ ਸਤਿਗੁਰਾਂ ਨੇ ਕਿਹਾ ਪਹਿਲੇ ਜਿਹੜੇ ਹਨ ਉਹ ਕੱਲੇ ਗੁਰਮੁਖ ਹਨ। ਇੱਕ ਕੱਲਾ ਗੁਰਮੁਖ ਜਿਹਨੂੰ ਕਿਹਾ ਜਾਂਦਾ ਹੈ। ਪਾਤਸ਼ਾਹ ਉਹ ਕਰੇ। ਸਤਿਗੁਰ ਕਹਿੰਦੇ ਜਿਨ੍ਹਾਂ ਨੇ ਖੋਟਿਆਂ ਕਰਮਾਂ ਵੱਲੋਂ ਪਿੱਠ ਕਰ ਦਿੱਤੀ ਆ ਤੇ ਗੁਰੂ ਵਚਨਾਂ ਵੱਲ ਨੂੰ ਮੁੱਖ ਕੀਤਾ ਹੈ, ਤੇ ਜੇ
ਇੱਕ ਵੀ ਉਹਨਾਂ ਨਾਲ ਚੰਗਿਆਈ ਕਰਦਾ ਹੈ ਤੇ ਉਹਨੂੰ ਆਪਣੇ ਦਿਲੋਂ ਯਾਦ ਰੱਖਦੇ ਉਸ ਚੰਗਿਆਈ ਨੂੰ। ਜੇ ਕੋਈ ਉਹਨਾਂ ਨਾਲ ਕੋਈ ਚੰਗਿਆਈ ਕਰਦਾ ਨਾ, ਉਹਨੂੰ ਦਿਲੋਂ ਯਾਦ ਰੱਖਦੇ ਆ, ਭੁੱਲਦੇ ਨਹੀਂ ਕਿਸੇ ਦੀ ਚੰਗਿਆਈ। ਤੇ ਉਹਦੀ ਭਲਾਈ ਕਰਦੇ ਸਮਾਂ ਆਉਣ ਦੇ ਉੱਤੇ, ਉਹਨੂੰ ਗੁਰਮੁਖ ਕਿਹਾ ਜਾਂਦਾ ਹੈ। ਪਾਤਸ਼ਾਹ ਦੂਸਰੇ ਗੁਰਮੁਖ ਕਿਹੜੇ ਹੁੰਦੇ ਆ? ਤੇ ਮਹਾਰਾਜ ਨੇ ਕਿਹਾ ਦੂਸਰੇ ਗੁਰਮੁਖ ਤਰ ਹੁੰਦੇ ਆ, ਉਹਨਾਂ ਨੂੰ ਗੁਰਮੁਖ ਤਰ ਕਿਹਾ ਜਾਂਦਾ ਹੈ। ਦੂਸਰੇ ਨੰਬਰ ਵਾਲੇ ਗੁਰਮੁਖ ਤਰ ਕੌਣ ਹੁੰਦੇ ਆ? ਸਤਿਗੁਰਾਂ ਨੇ ਕਿਹਾ ਗੁਰਮੁਖ ਤਰ ਜਿਹੜੇ ਹੁੰਦੇ ਆ, ਉਹ ਬੁਰੇ ਕਰਮ ਤਿਆਗ ਦਿੰਦੇ ਆ ਤੇ ਭਲੇ ਕਰਮਾਂ ਨੂੰ ਅੰਗੀਕਾਰ ਕਰਦੇ, ਭਲੇ ਕਰਮ ਆਪਣੇ ਜੀਵਨ ਚ ਅਪਣਾਉਂਦੇ ਆ ਤੇ ਜਿਹੜੇ ਬੁਰੇ ਕਰਮ ਹੁੰਦੇ ਉਹਨਾਂ ਦਾ ਤਿਆਗ ਕਰ ਦਿੰਦੇ ਆ। ਤੇ ਜਿਸ ਤਰ੍ਹਾਂ ਦਾ ਕੰਮ ਉਹਨਾਂ ਦੇ 30 ਕਾਮ ਦਾ, ਜਿਵੇਂ ਤਰ੍ਹਾਂ ਦਾ ਉਹਨਾਂ ਦੇ 30 ਕਾਮ ਦਾ ਸਭਸੇ ਨਾਲ ਭਲਾ ਕਰਦੇ ਹੈ, ਉਹ ਸਾਰਿਆਂ ਦਾ ਜਿਹੜਾ ਹੈ ਭਲਾ ਕਰਦੇ ਆ। ਸਾਰਿਆਂ ਮਨੁੱਖਾਂ ਦਾ ਜਿਹੜਾ ਵੀ ਉਹਦੇ ਕੋਲ ਆਉਂਦਾ, ਭਾਵੇਂ ਕੋਈ ਬੁਰਾ ਕਹੇ ਤੇ ਭਾਵੇਂ ਕੋਈ ਭਲਾ ਕਹੇ, ਉਹਦਾ ਵੀ ਉਧਾਰ ਕਰਦੇ ਆ। ਵਾਹਿਗੁਰੂ। ਵਾਹਿਗੁਰੂ। ਪਾਤਸ਼ਾਹ ਸੱਚੇ ਪਾਤਸ਼ਾਹ ਨੇ ਕਿਹਾ ਜਿਹੜੇ ਤਮ ਗੁਰਮੁਖ ਹੁੰਦੇ ਆ, ਵਾਹਿਗੁਰੂ, ਵਾਹਿਗੁਰੂ, ਕਹਿੰਦੇ ਜਿਹੜੇ ਤਰ ਗੁਰਮੁਖ ਹੁੰਦੇ ਆ, ਪਾਤਸ਼ਾਹ ਨੇ ਕਿਹਾ 2 ਨੰਬਰ ਵਾਲੇ ਤਰ ਗੁਰਮੁਖ, ਉਹ ਸਾਰਿਆਂ ਦਾ ਭਲਾ ਕਰਦੇ, ਭਾਵੇਂ ਕੋਈ ਉਹਨਾਂ ਨਾਲ ਬੁਰਾ ਕਰੇ ਤੇ ਭਾਵੇਂ ਭਲਾ, ਭਲੇ ਵਾਲਿਆਂ ਦਾ ਤੇ ਭਲਾ ਕਰਦੇ ਹੀ ਆ, ਉਹ ਬੁਰੇ ਵਾਲਿਆਂ ਦਾ ਵੀ ਭਲਾ ਕਰਦੇ। ਜਿਹੜਾ ਉਹਨਾਂ ਨਾਲ ਬੁਰਾ ਕਰੇ ਨਾ, ਉਹਨਾਂ ਦਾ ਵੀ ਉਹ ਭਲਾ ਕਰਦੇ। ਪਾਤਸ਼ਾਹ ਫਿਰ ਤੀਸਰੇ ਤਰ੍ਹਾਂ ਦੇ ਗੁਰਮੁਖ ਕਿਹੜੇ ਹੁੰਦੇ ਆ? ਤੇ ਗੁਰੂ ਸਾਹਿਬ ਨੇ ਕਿਹਾ ਤੀਸਰੇ ਤਰ੍ਹਾਂ ਦੇ ਗੁਰਮੁਖ ਤਮ ਗੁਰਮੁਖ ਕਿਹਾ ਜਾਂਦਾ ਹੈ। ਤਮ ਗੁਰਮੁਖ, ਪਾਤਸ਼ਾਹ ਤਮ ਗੁਰਮੁਖ ਕਿਹੜੇ ਹੁੰਦੇ ਆ? ਸਤਿਗੁਰੂ ਕਹਿੰਦੇ ਉਹ ਗਿਆਨ ਸੰਪੰਨ ਹੁੰਦੇ ਆ, ਉਹਨਾਂ ਦੇ ਵਿੱਚ ਗਿਆਨ ਪਰਪੱਕ ਹੁੰਦਾ ਹੈ, ਉਹ ਗਿਆਨ ਦੇ ਨਾਲ ਭਰੇ ਹੁੰਦੇ ਆ, ਭਲਾ ਸਾਰਿਆਂ ਦਾ ਕਰਦੇ ਆ, ਕਿਸੇ ਨੂੰ ਨਹੀਂ ਛੱਡਦੇ। ਭਾਵੇਂ ਕੋਈ ਕਿੰਨਾ ਵੀ ਉਹਨਾਂ ਦੇ ਨਾਲ ਬੁਰਾ ਕਰੇ ਨਾ, ਉਹਨਾਂ ਦਾ ਵੀ ਭਲਾ ਕਰਦੇ ਆ। ਐਸੇ ਹੁੰਦੇ ਆ ਜਿਹੜੇ ਤਮ ਗੁਰਮੁਖ ਹੁੰਦੇ ਆ। ਭਾਵੇਂ ਕੋਈ ਜਿੰਨਾ ਮਰਜ਼ੀ ਮਾੜਾ ਕਰੀ ਜਾਵੇ ਨਾ, ਆਪਣਾ ਸੁਭਾਅ ਨਹੀਂ ਛੱਡਦੇ। ਸਤਿਗੁਰਾਂ ਨੇ ਕਿਹਾ ਜਿਵੇਂ ਕੋਈ ਜੀਵ ਆਪਣਾ ਸੁਭਾਅ ਨਹੀਂ ਨਾ ਛੱਡਦਾ, ਜਿਸ ਜੀਵ ਕੋਈ ਹੋਵੇ, ਜਿਵੇਂ ਕੋਈ ਬਿੱਛੂ ਹੋਵੇ, ਉਹ ਡੰਗਣਾ ਨਹੀਂ ਛੱਡਦਾ, ਇਸੇ ਤਰ੍ਹਾਂ ਗੁਰਮੁਖ ਜਿਹੜੇ ਹੁੰਦੇ ਆ, ਇਹਨਾਂ ਦਾ ਸੁਭਾਅ ਪੱਕਾ ਹੁੰਦਾ ਹੈ। ਇਹ ਆਪਣਾ ਜਿਹੜਾ ਹੈ ਨਾ ਸੁਭਾਅ ਨਹੀਂ ਬਦਲਦਾ, ਇਹ ਆਪਣਾ ਸੁਭਾਅ ਪੂਰਾ ਰੱਖਦੇ ਆ ਭਲਾ ਕਰਨ ਵਾਲਾ। ਇਹਨਾਂ ਨੂੰ ਤਮ ਗੁਰਮੁਖ ਕਿਹਾ ਜਾਂਦਾ ਹੈ। ਪਾਤਸ਼ਾਹ ਮਨਮੁਖ ਕਿੰਨੇ ਪ੍ਰਕਾਰ ਦੇ ਹੁੰਦੇ ਆ? ਸਤਿਗੁਰਾਂ ਨੇ ਕਿਹਾ ਪਹਿਲੇ ਜਿਹੜੇ ਇਕੱਲੇ ਮਨਮੁਖ ਹੁੰਦੇ ਆ, ਉਹ ਵਿਕਾਰ ਕਮਾਉਂਦੇ ਆ, ਵਿਕਾਰ ਕਰਦੇ ਆ ਤੇ ਕਿਸੇ ਦੀ ਭਲਾਈ ਕੀਤੀ ਨੂੰ ਵਿਸਾਰ ਦਿੰਦੇ ਆ। ਜੇ ਕੋਈ ਉਹਨਾਂ ਨੂੰ ਭਲਾਈ ਕਰੇ, ਉਹਦੀ ਵੀ ਬੁਰਾਈ ਕਰਦੇ ਆ। ਕਿਸੇ ਦੇ ਕੋਲੋਂ ਕੋਈ ਧਨ ਪਦਾਰਥ ਮਿਲ ਗਿਆ, ਲੈ ਲਿਆ, ਤੇ ਜਦੋਂ ਸਮਾਂ ਪਿਆ ਉਹਨੇ ਧਨ ਪਦਾਰਥ ਨਾ ਦਿੱਤਾ, ਫਿਰ ਉਹਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਆ। ਇਹ ਪਹਿਲੇ ਤਰ੍ਹਾਂ ਦੇ ਮਨਮੁਖ ਹੁੰਦੇ ਆ। ਦੂਸਰੇ ਤਰ੍ਹਾਂ ਦੇ ਮਨਮੁਖ, ਉਹਨਾਂ ਨੂੰ ਤਰ ਮਨਮੁਖ ਕਿਹਾ ਜਾਂਦਾ ਹੈ। ਪਾਤਸ਼ਾਹ ਤਰ ਮਨਮੁਖ ਕਿਹੜੇ ਹੁੰਦੇ ਆ? ਸਤਿਗੁਰ ਕਹਿੰਦੇ ਉਹ ਕਿਸੇ ਦਾ ਭਲਾ ਨਹੀਂ ਸੋਚਦੇ, ਸਾਰਿਆਂ ਦਾ ਬੁਰਾ ਹੀ ਸੋਚਦੇ ਰਹਿੰਦੇ ਆ, ਬੁਰਾਈ ਕਰਦੇ ਰਹਿੰਦੇ ਆ, ਹਰ ਵੇਲੇ ਬੁਰਾਈ ਦੇ ਵਿੱਚ ਫਸੇ ਰਹਿੰਦੇ। ਇਹਨਾਂ ਨੂੰ ਤਰ ਮਨਮੁਖ ਕਹਿੰਦੇ ਆ। ਪਾਤਸ਼ਾਹ ਤੀਸਰੇ ਤਰ੍ਹਾਂ ਦੇ, ਪਾਤਸ਼ਾਹ ਨੇ ਕਿਹਾ ਗੁਰੂ ਅਰਜਨ ਦੇਵ ਮਹਾਰਾਜ ਨੇ, ਕਹਿੰਦੇ ਤੀਸਰੇ ਤਰ੍ਹਾਂ ਦੇ ਮਨਮੁਖ ਹੁੰਦੇ ਤਮ ਮਨਮੁਖ। ਇਹ ਐਸੇ ਹੁੰਦੇ ਆ, ਇਹ ਕਿਸੇ ਦਾ ਵੀ ਭਲਾ ਨਹੀਂ ਕਰਦੇ, ਸ਼ਬਦ ਦੇ ਨਾਲ, ਬਾਣੀ ਦੇ ਨਾਲ ਵੀ ਇਹਨਾਂ ਦੀ ਪ੍ਰੀਤ ਨਹੀਂ ਹੁੰਦੀ। ਇਹ ਹਰ ਕਿਸੇ ਨੂੰ ਗਾਲਾਂ ਕੱਢਦੇ ਰਹਿੰਦੇ ਆ। ਜਿਨ੍ਹਾਂ ਨੂੰ ਕਹੀਏ ਕਿ ਭਾਈ ਆਓ ਬਾਣੀ ਸੁਣੀਏ, ਨਾਮ ਜਪੀਏ, ਇਹ ਕਹਿੰਦੇ ਕਿ ਇਹਦਾ ਵਿਹਲਿਆਂ ਦਾ ਕੰਮ, ਬਾਣੀ ਪੜ੍ਹ ਕੇ ਕੀ ਪ੍ਰਾਪਤ ਹੋਣਾ ਹੈ? ਵਿਹਲੀਆਂ ਖਾਓ, ਆਨੰਦ ਲਾਓ, ਜੀਵਨ ਜੀਣ ਆਏ ਆ, ਜੀ ਕੇ ਚਲੇ ਜਾਓ। ਸਤਿਗੁਰੂ ਕਹਿੰਦੇ ਇਹਨਾਂ ਨੂੰ ਤਮ ਮਨਮੁਖ ਕਿਹਾ ਜਾਂਦਾ ਹੈ। ਇਹ ਨਾ ਇਹਨਾਂ ਨੂੰ ਕਿਸੇ ਸ਼ਬਦ ਦੀ ਸੋਝੀ ਹੁੰਦੀ ਆ, ਨਾ ਬਾਣੀ ਦੀ। ਇਹ ਬਾਣੀ ਤੇ ਵੀ ਉਂਗਲਾਂ ਚੁੱਕਦੇ ਆ ਤੇ ਨਾਲੇ ਬਾਣੀ ਨੂੰ ਵੀ ਮਾੜਾ ਕਹਿੰਦੇ ਆ, ਨਾਲੇ ਸ਼ਬਦ ਨੂੰ ਵੀ ਮਾੜਾ ਕਹਿੰਦੇ ਆ। ਇਹਨਾਂ ਨੂੰ ਤਮ ਗੁਰਮੁਖ ਕਿਹਾ ਜਾਂਦਾ ਹੈ। ਇਹ ਘੋਰ ਨਰਕਾਂ ਦੇ ਵਾਸੀ ਹੁੰਦੇ ਆ ਤੇ ਇਹਨਾਂ ਨੂੰ ਮਹਾ ਦੁੱਖ ਪ੍ਰਾਪਤ ਹੁੰਦੇ ਆ। ਤੇ ਇਹਨਾਂ ਨੇ ਹੱਥ ਜੋੜ ਕੇ ਕਿਹਾ ਪਾਤਸ਼ਾਹ ਕਿਰਪਾ ਕਰੋ, ਸਾਨੂੰ ਗੁਰਮੁਖਾਂ ਵਾਲਾ ਜੀਵਨ ਬਖਸ਼ਿਸ਼ ਕਰੋ। ਤੇ ਸਤਿਗੁਰਾਂ ਨੇ ਕਿਹਾ ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਤੁਹਾਨੂੰ ਗੁਰਮੁਖਾਂ ਵਾਲਾ ਜੀਵਨ ਜਿਹੜਾ ਹੈ ਉਹ ਪ੍ਰਾਪਤ ਹੋਏਗਾ। ਸੋ ਇਸ ਤਰ੍ਹਾਂ ਇਹ ਜਿਹੜੇ ਸਿੱਖ ਆ, ਇਹ ਸਤਿਗੁਰਾਂ ਦੇ ਹਜ਼ੂਰ ਆਏ ਤੇ ਇਹਨਾਂ ਨੇ ਆਪਣਾ ਜੀਵਨ ਜਿਹੜਾ ਬਤੀਤ ਕੀਤਾ। ਸੋ ਅੱਜ ਥੋੜੀ ਜਿਹੀ ਲਾਈਟ ਦੀ ਪ੍ਰੋਬਲਮ ਆ ਗਈ ਤੇ ਚਲੋ ਜਿਵੇਂ ਵੀ ਹੁਕਮ ਭਾਣੇ ਦੇ ਵਿੱਚ ਹੀ ਆ। ਤੇ ਜਿਵੇਂ ਸਾਧ ਸੰਗਤ ਗਾਂ ਆਪਾਂ ਰਹਿ ਗਏ ਨੇ ਗੁਰਮੁਖ, ਉਹਨਾਂ ਦੀ ਆਪਾਂ ਗੱਲ ਕੱਲ ਵਾਲੀ ਕਲਾਸ ਚ ਕਰਾਂਗੇ। ਸੋ ਸਮਾਂ ਵੀ ਸ਼ਾਇਦ ਵਧੇਕ ਹੋ ਗਿਆ, ਅੱਜ ਸਮਾਂ ਵੀ ਉੱਪਰ ਨਹੀਂ ਆ ਰਿਹਾ ਕਿਉਂਕਿ ਲਾਈਟ ਕੱਟ ਕੇ ਆਈ, ਇਸ ਕਰਕੇ। ਸੋ ਆਪ ਜੀ ਨੇ ਇਸੇ ਤਰ੍ਹਾਂ ਸ਼ਾਮ ਦੀ ਕਲਾਸ ਦੇ ਵਿੱਚ ਆਪਾਂ ਜਾਪ ਸਾਹਿਬ ਵਿਚਾਰ ਰਹੇ ਹਾਂ ਤੇ ਉਹਦੇ ਵਿੱਚ ਵੀ ਆਪ ਜੀ ਨੇ ਜੁੜਨਾ। ਅੱਜ ਜਿਹੜੀਆਂ ਪਿਛਲੀਆਂ ਕਲਾਸਾਂ ਹਨ, ਉਹਨਾਂ ਦੀ ਵੀਡੀਓ ਵੀ YouTube ਦੇ ਉੱਤੇ ਪਾ ਦਿੱਤੀ ਜਾਵੇਗੀ
ਤੇ ਆਪ ਜੀ ਨੇ ਉਹ ਵੀ ਜਿਨ੍ਹਾਂ ਨੇ ਉਹ YouTube ਦੀਆਂ ਵੀਡੀਓ ਨਹੀਂ ਸੁਣੀਆਂ ਪਿਛਲੀਆਂ ਕਲਾਸਾਂ ਦੀਆਂ, ਉਹ ਆਪ ਜੀ ਉੱਥੋਂ ਸੁਣ ਸਕਦੇ ਹੋ। ਸੋ ਆਪ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਜੇ ਆਪ ਜੀ ਨੇ ਕੁਝ ਪੁੱਛਣਾ ਹੈ ਤੇ ਆਪਣਾ ਜੋ ਮਾਈਕ ਹੈ ਮੈਂ ਇੱਕ ਆਪਸ਼ਨ ਔਨ ਕਰ ਦੇਣਾ, ਤੇ ਆਪ ਜੀ ਉਹ ਆਪਣਾ ਔਨ ਕਰਕੇ ਮਾਈਕ ਤੇ ਸਵਾਲ ਜਿਹੜਾ ਹੈ ਪੁੱਛ ਸਕਦੇ, ਕੋਈ ਸੁਝਾਅ ਦੇਣਾ ਹੈ ਤੇ ਉਹ ਆਪ ਜੀ ਦੇ ਸਕਦੇ। ਹਾਂਜੀ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਹਾਂਜੀ ਆਪਣਾ ਮਾਈਕ ਔਨ ਕਰ ਲਓ। ਵਾਹਿਗੁਰੂ। ਹਾਂਜੀ ਸਰਬਜੀਤ ਕੌਰ ਜੀ, ਤੁਸੀਂ ਕੁਛ ਪੁੱਛਣਾ ਹੈ ਸ਼ਾਇਦ, ਤੇ ਤੁਸੀਂ ਮਾਈਕ ਔਨ ਕਰ ਸਕਦੇ। ਤੁਹਾਡੀ ਆਵਾਜ਼ ਨਹੀਂ ਆ ਰਹੀ, ਤੁਸੀਂ ਮਾਈਕ ਔਨ ਕਰੋ, ਰਾਈਟ ਸਾਈਡ ਤੇ ਹੋਏਗਾ ਤੁਹਾਡੇ ਫੋਨ ਤੇ। ਮੋਬਾਈਲ ਨੂੰ ਟੱਚ ਕਰੋ, ਤੁਹਾਡੇ ਮਾਈਕ ਔਨ ਕਰ ਲਓ। ਹਾਂਜੀ ਇੱਧਰੋਂ। ਵਾਹਿਗੁਰੂ। ਫਿਰ ਵੇਖ ਲਵਾਂ। ਹਾਂਜੀ ਇੱਕ ਮਿੰਟ। ਹਾਂਜੀ ਇੱਧਰੋਂ ਅਲਾਉ ਹੈ। ਨਹੀਂ ਉਹ ਨਾ। ਵਾਹਿਗੁਰੂ। ਨਹੀਂ ਜੀ ਤੁਹਾਡਾ ਮਾਈਕ ਨਹੀਂ ਔਨ ਹੋਇਆ। ਤੁਸੀਂ ਕੋਈ ਗੱਲ ਨਹੀਂ, ਫੋਨ ਕਰਕੇ ਜਾਂ WhatsApp ਕਰਕੇ ਸਵਾਲ ਪੁੱਛ ਲੈਣਾ। ਤੇ ਬੇਨਤੀ ਹੈ ਜੇ ਹੋਰ ਕਿਸੇ ਦਾ ਸਵਾਲ ਹੈ ਤੇ ਆਪਾਂ ਵਿਚਾਰ ਲਈਏ। ਸਰਬਜੀਤ ਕੌਰ ਜੀ, ਆਪ ਜੀ ਨੇ WhatsApp ਕਰ ਦੇਣਾ ਆਪਣਾ ਸਵਾਲ, ਤੇ ਉਹ ਕੱਲ ਵਾਲੀ ਕਲਾਸ 'ਚ ਵਿਚਾਰ ਲਵਾਂਗੇ। ਵਾਹਿਗੁਰੂ। ਠੀਕ ਹੈ ਸਾਧ ਸੰਗਤ ਜੀ। ਸੋ ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਹਰ ਰੋਜ਼ ਜੁੜਦੇ ਹੋ। ਸੋ ਇਸੇ ਤਰ੍ਹਾਂ ਆਪ ਜੀ ਨੇ ਜੁੜਦੇ ਰਹਿਣਾ। ਅੱਗੇ ਵੀ ਆਪਾਂ ਇਤਿਹਾਸ ਦੀਆਂ ਵਿਚਾਰਾਂ ਤੇ ਗੁਰਬਾਣੀ ਦੀਆਂ ਵਿਚਾਰਾਂ ਕਰਦੇ ਰਵਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।